ਦੇਸ ਰਾਜ ਕਾਲੀ ਦਾ ਨੋਵਲ ਹੈ ਤਸੀਹੇ ਕਦੀ ਬੁੱਢੇ ਨਹੀਂ ਹੁੰਦੇ। ਮੇਰੀ ਫੇਸਬੁੱਕ ਵਾਲ ਤੋਂ ਗੁਲ ਚੌਹਾਨ ਭਾਜੀ ਸ਼ਿਕਾਰ ਕੱਢ ਲਿਆਉਂਦੇ ਨੇ ਬਹੁਤੀ ਵਾਰ। ਬਾਬੂ ਸ਼ਾਹ ਕੋਹਲੀ ਨਾਲ ਰਾਬਤਾ ਭਾਜੀ ਰਾਹੀਂ ਪਿਆ। ਇੰਜ ਪਿਆ ਕਿ ਅੱਜ ਉਹ ਮੇਰੀ ਦੋਸਤ ਹੈ, ਭਾਜੀ ਨੂੰ ਜਾਣਦੀ ਹੈ ਕਿ ਨਹੀਂ ਕਹਿ ਨਹੀਂ ਸਕਦਾ। ਹੁਣ ਆਹ ਰਾਜਕੁਮਾਰ ਦੀ ਪੇਂਟਿੰਗ ਪਾਈ ਭਾਜੀ ਨੇ। ਮੈਂ ਪਹਿਲਾਂ ਸਿਰਫ ਨਿਰੂਪਮਾ ਬਾਬਿਆਂ ਕੋਲੋਂ ਉਹਨਾਂ ਦਾ ਮਾੜਾ ਜਿਹਾ ਨਾਮ ਸੁਣਿਆ ਸੀ। ਇਹ ਪੇਂਟਿੰਗ ਦੇਖੀ ਦੰਗ ਹੀ ਰਹਿ ਗਿਆ। ਬਾਬਾ ਹੈ, ਉਹਦੇ ਹੀ ਚਰਚੇ ਨੇ ਅੱਜ ਕੱਲ੍ਹ ਤਾਂ। ਹਾਂ, ਉਹੀ ਹੋ ਸਕਦਾ। ਹਾਜੀ ਮੱਕੇ ਨੂੰ ਜਾ ਰਿਹਾ, ਮੱਕੇ ਦੇ ਮਾਹਨੇ ਸਮਝਾ ਰਿਹਾ। ਨਹੀਂ, ਇਹ ਸਿਰਫ ਰੰਗ ਦੀ ਖੇਡ ਹੈ। ਭਗਵੇਂ ਨੂੰ ਅੱਗਿਓਂ ਟੱਕਰ ਦਾ ਹਰਾ ਰੰਗ ਚੁਣੌਤੀ। ਲੈ, ਮੈਂ ਲੋਕਾਂ ਦੇ ਮਨਾਂ 'ਤੇ ਠੰਡਕ ਪਾਉਂਦਾ। ਸਾਨੂੰ ਆਰਟ 'ਚ ਲਾਊਡ ਨਹੀਂ ਹੋਣਾ ਚਾਹੀਦਾ। ਰੰਗ ਜ਼ਿਆਦਾ ਲਾਊਡ ਹੁੰਦੇ ਨੇ। ਲਾਊਡ ਰੰਗਾਂ ਨੂੰ ਜੇ ਹਰਾ ਰੰਗ ਮੋਹਰਿਓਂ ਟੱਕਰੇ ਕੋਈ ਜਵਾਬ ਨਹੀਂ ਰਹਿੰਦਾ। ਫਿਰ ਇਸ ਬਾਬੇ ਦੇ ਗਡੀਰੇ 'ਚੋਂ ਜੋ ਰੰਗ ਖਿਡੌਣੇ ਡਿੱਗ ਰਹੇ ਨੇ ਉਹ ਅਗਲੀ ਪੀੜ੍ਹੀ ਲਈ ਬਖੇਰ ਰਿਹਾ। ਸਫ਼ਰ ਹੈ, ਪੁਲ ਸਿਰਾਤ ਹੈ, ਪਰ ਇਹਦੇ ਪੈਰਾਂ ਹੇਠ ਆ ਕੇ ਮਖਮਲੀ ਹੋ ਗਿਆ। ਦਰਵੇਸ਼ਾਂ ਲਈ ਪੁਲ ਸਿਰਾਤ ਮਖਮਲੀ ਹੀ ਹੁੰਦੇ ਨੇ। ਰਾਜਕੁਮਾਰ ਲਈ ਪੁਲ ਸਿਰਾਤ ਮਖਮਲੀ ਹੀ ਹੋਏਗਾ। ਨੈਕਸਟ। ਮੇਰੇ ਘਰ ਵਾਲਾ ਬਹੁਤ ਨੈਗੇਟਿਵ ਆ। ਉਹਦੇ ਕੋਲੋਂ ਵੇਵਸ ਜਿਹੜੀਆਂ ਆਉਂਦੀਆਂ ਨੇ ਬਹੁਤ ਮਾੜੀਆਂ ਹੁੰਦੀਆਂ। ਉਹ ਨੇੜੇ ਤੇੜੇ ਵੀ ਤੁਹਾਡੇ ਫਿਰ ਰਿਹਾ ਹੋਵੇ, ਕਹੀ ਵੀ ਕੁਛ ਨਾ, ਤਾਂ ਵੀ ਮੇਰੇ ਤੋਂ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਉਹ ਜਦੋਂ ਆਉਂਦਾ ਹੈ ਮੇਰੀ ਬਿਮਾਰੀ ਤਿੱਖੀ ਹੋ ਜਾਂਦੀ ਹੈ। ਮੈਂ ਹਿੰਸਕ ਹੋ ਜਾਂਦੀ ਹਾਂ, ਚੀਜ਼ਾਂ ਚੁੱਕ ਮਾਰਦੀ ਹਾਂ। ਜਦੋਂ ਜਾਂਦਾ ਕਈ ਦਿਨ ਲੱਗ ਜਾਂਦੇ ਨੇ ਫਿਰ ਉਸੇ ਹਾਲਤ 'ਚ ਆਉਣ ਲਈ। ਉਹ ਲਾਲਚੀ ਵੀ ਹੈ, ਪੈਸਾ ਜੋੜੀ ਤੁਰਿਆ ਜਾਊ। ਦਰਅਸਲ ਉਹਨੇ ਭੁੱਖ ਵੀ ਬਹੁਤ ਦੇਖੀ ਆ। ਉਹ ਹੁਣ ਜਾਂਦੀ ਹੋਈ ਨਹੀਂ। ਆਹ ਵੀ ਜੋੜ ਲਓ, ਉਹ ਵੀ ਜੋੜ ਲਓ, ਕੰਜੂਸ ਬਹੁਤ ਹੈ। ਮੈਨੂੰ ਨਹੀਂ ਇਹ ਸਭ ਚੰਗਾ ਲੱਗਦਾ। ਮੈਨੂੰ ਨਹੀਂ ਪਤਾ ਇਹ ਉਹੀ ਹੈ ਤਸੀਹਾ ਨੰਬਰ 7 ਵਾਲੀ। ਇਹਨੇ ਹੁਣ ਬੋਲੀ ਤੁਰੀ ਜਾਣਾ ਹੈ। ਇਹ ਨਹੀਂ ਹਟਦੀ ਹੁਣ, ਇਹਦੀ ਆਦਤ ਹੈ। ਨੈਕਸਟ। ਕੁਟੀਆ 'ਚ ਕੁਸਰ ਮੁਸਰ ਹੋ ਰਹੀ ਹੈ। ਨਹੀਂ, ਇੱਥੇ ਕਦੇ ਕੁਸਰ ਮੁਸਰ ਨਹੀਂ ਹੁੰਦੀ। ਸਾਧੂ ਗਰਜਿਆ ਹੈ। ਨਹੀਂ, ਇਹ ਤਾਂ ਦਰਸ਼ਨ ਦੀ ਆਵਾਜ਼ ਹੈ। ਉਹਦੇ ਰਾਹੀਂ ਸਾਧੂ ਗਰਜਿਆ। ਉਹਦੀ ਆਵਾਜ਼ 'ਚ ਦਮ ਹੈ। ਉਹ ਕੁਝ ਦੱਸ ਰਿਹਾ ਸਾਧੂ ਨੂੰ। ਇੰਜ ਨਹੀਂ ਕਰਨਾ ਸੀ ਬਾਬਾ ਜੀ, ਸਾਨੂੰ ਕੋਈ ਤਕੜਾ ਕਦਮ ਚੁੱਕਣਾ ਹੀ ਪੈਣਾ ਸੀ। ਸਾਡੀ ਲੀਡਰਸ਼ਿਪ ਨੇ ਕਿਹਾ ਭਈ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਾਂਗੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲ ਜਾਂਦਾ। ਅਸੀਂ ਤਕੜੇ ਹੋ ਕੇ ਲੱਗੇ ਹੋਏ ਹਾਂ। ਪਿਛਲੇ 2 ਮਹੀਨਿਆਂ 'ਚ ਹੀ ਅਸੀਂ 18 ਰੈਲੀਆਂ ਤਾਂ ਇਕੱਲੇ ਬਰਨਾਲੇ 'ਚ ਕਰ ਲਈਆਂ ਨੇ। ਬਾਕੀ ਪੰਜਾਬ ਵੀ ਆਤੁਰ ਹੈ। ਹੁਣ ਨਹੀਂ ਪਿੱਛੇ ਹਟਣਾ। 2-2 4-4 ਹੋਣਾ ਹੀ ਪੈਣਾ। ਦਰਸ਼ਨ ਮਗਿਆ ਪਿਆ। ਨਹਿਰ ਨੇ ਸੱਪ ਉਗਲਛਿਆ ਹੈ, ਸੱਪ ਨੇ ਪੈਸਾ ਮੱਲ ਲਿਆ ਹੈ, ਮੇਲ ਰਿਹਾ ਹੈ। ਪਾਂਦੀ ਭੈ ਭੀਤ ਮੁੰਡਾ ਨੱਸਿਆ ਆਇਆ। ਬਾਬਾ ਜੀ, ਸੱਪ ਹੈ ਪਹੇ 'ਚ, ਲੋਕਾਂ ਨੂੰ ਲੰਘਣ ਨਹੀਂ ਦੇ ਰਿਹਾ। ਖੌਫ ਜ਼ਦਾ ਹੈ ਬੱਚਾ। ਉਹ ਚੁੱਪ ਕਰ, ਆਪੇ ਹੀ ਰੱਖੇ ਨੇ, ਇਹ ਵੀ ਰੱਖਣੇ ਪੈਂਦੇ ਨੇ। ਕਈ ਵਾਰ ਰਾਹ ਸੁਣਨੇ ਵੀ ਚਾਹੀਦੇ ਹੁੰਦੇ ਨੇ। ਦਰਸ਼ਨ ਨੇ ਸਾਧੂ ਦੇ ਪੈਰ ਛੋਹੇ ਨੇ। ਸਾਧੂ ਨੇ ਥਾਪੜਾ ਦਿੱਤਾ ਹੈ। ਨੈਕਸਟ। ਮੇਰੀ ਫੇਸਬੁੱਕ ਵਾਲ ਤੋਂ ਸਾਡਾ ਜ਼ੇਰਾ ਦੇਖ ਸਲੀਬਾਂ ਸੋਚਦੀਆਂ ਹਨ। ਚੜ੍ਹਿਆ ਹੁਣ ਉਲਫਤ ਦਾ ਰੰਗ ਜਵਾਨਾਂ ਉੱਤੇ। ਮੁੱਦਤ ਪਿੱਛੋਂ ਇੱਕ ਪਰਦੇਸੀ ਘਰ ਆਇਆ ਹੈ। ਲੱਗਦਾ ਤਾਂ ਹੀ ਪੀਂਘ ਪਈ ਅਸਮਾਨਾਂ ਉੱਤੇ। ਅਜੇ ਤਨਵੀਰ। ਅਜੇ ਤਾਂ ਪਰਦੇਸੀ ਬਾਬੇ ਨਾਨਕ ਵਾਲਾ ਪਰਦੇਸੀ ਹੈ, ਮਨ ਪਰਦੇਸੀ ਵਾਲਾ। ਘਰ ਵੀ ਉਹ ਘਰ ਨਹੀਂ ਹੈ। ਇਹ ਬਾਬੇ ਫਰੀਦ ਵਾਲਾ ਹੈ, ਗਿਰੇਵਾਨ ਵਾਲਾ। ਇਹ ਸ਼ੇਰ ਸਧਾਰਨ ਨਹੀਂ ਹੈ। ਮਨ 'ਚ ਝਾਕਿਆ ਕੋਈ ਤਾਂ ਅਸਮਾਨ ਸਤਰੰਗੀ ਭਾਅ ਮਾਰਨ ਲੱਗ ਪਿਆ। ਕਦੇ ਮਨ ਦੇ ਪਰਦੇਸੀ ਹਵਾਲੇ ਨਾਲ ਝਾਕ ਕੇ ਤਾਂ ਦੇਖੋ। ਇਹ ਪ੍ਰਵਾਸ ਕਰ ਗਿਆ ਬਾਰੇ ਸ਼ੇਰ ਨਹੀਂ ਹੈ। ਜੇ ਹੁੰਦਾ ਤਾਂ ਉੱਪਰਲੇ ਸ਼ੇਰ 'ਚ ਜੇਰਾ, ਸਲੀਬਾਂ, ਉਲਫਤ, ਜਵਾਨੀ ਸ਼ਬਦ ਨਹੀਂ ਸੀ ਆਉਣੇ। ਇਹਨਾਂ ਤਿੰਨਾਂ ਹੀ ਸ਼ਬਦਾਂ ਨੂੰ ਇੱਕ ਇੱਕ ਕਰਕੇ ਸਮਝਣ ਦਾ ਯਤਨ ਕਰੋ ਤਾਂ ਰੂਹ ਹਿੱਲ ਜਾਂਦੀ ਹੈ। ਗੱਲ ਉਲਫਤ ਦੀ ਹੈ ਤਾਂ ਸਲੀਬ ਤਿਆਰ ਬਰ ਤਿਆਰ ਮਿਲੇਗੀ। ਇਹ ਮੂੰਹ ਔਰ ਮਨਸੂਰ ਕੀ ਦਾਰ ਮਾਨੇ ਸੂਲੀ, ਸੂਲੀ ਤਿਆਰ ਹੈ। ਫਿਰ ਉਹ ਦਾਰ ਸਲੀਬ ਜਿਨ੍ਹਾਂ ਦੇ ਕੰਧਿਆਂ 'ਤੇ ਹੈ ਉਹ ਸਾਰੀ ਉਸ ਗਿਰੇਵਾਨ ਮੇ ਝਾਂਕਣ ਵਾਲੇ ਨੇ, ਮਨ ਪਰਦੇਸੀ ਦੀ ਅਵਸਥਾ ਵਾਲੇ ਨੇ। ਮੈਂ ਇਹਨਾਂ ਦੋਵਾਂ ਸ਼ੇਰਾਂ ਨੂੰ ਬਾਬੇ ਨਾਨਕ ਦੇ ਨਾਮ ਕਰਦਾ ਹਾਂ। ਨੈਕਸਟ। ਮੇਰੀ ਫੇਸਬੁੱਕ ਵਾਲ ਤੋਂ ਸਲਾਬੇ ਮੌਸਮਾਂ ਵਿੱਚ ਸੁਲਗਦਾ ਹੈ ਹੌਸਲਾ ਹਾਲੇ। ਧੁਆਂਖੇ ਬਿਰਖ ਤੇ ਲਟਕੇ ਜਿਵੇਂ ਕਾਲਣਾ ਹਾਲੇ। ਕਰੁੰਬਲ ਮੌਲ ਦੀ ਨਾਜ਼ੁਕ ਤੇ ਘਰ ਪਰਤਦੀ ਬੇਟੀ ਸਦਾ ਹੀ ਨਾਲ ਤੁਰਦਾ ਹੈ ਮੇਰੇ ਇੱਕ
ਤੌਖਲਾ ਹਾਲੇ। ਸਰਬਜੀਤ ਸੋਹੀ। ਕਰੂੰਬਲ ਤੇ ਬੇਟੀ ਦੋ ਬਹੁਤ ਹੀ ਸੂਖਮ ਅਹਿਸਾਸ ਨੇ, ਬਹੁਤ ਸੂਖਮ। ਦੂਸਰਾ ਕਵੀ ਮਨ, ਫਿਰ ਤੌਖਲਾ ਹੈ, ਸਮੇਂ ਦਾ ਸੱਚ। ਪਰ ਕਵੀ ਕਿਤੇ ਵੀ ਲਾਊਡ ਨਹੀਂ ਹੈ, ਹਾਲਾਂਕਿ ਉਹਦੇ ਸ਼ਬਦ ਤੌਖਲੇ ਨਾਲ ਸਿਰ 'ਚ ਵਦਾਨ ਵੱਜਦਾ ਹੈ। ਫਿਰ ਹੋਰ ਅੱਗੇ ਦੇਖੋ, ਤੌਖਲੇ ਤੋਂ ਵੀ ਪਹਿਲਾਂ ਉਮੀਦ ਹੈ। ਸਲਾਬ 'ਚ ਹੌਸਲਾ ਸੁਲਗ ਰਿਹਾ, ਧੁਆਂਖੀ ਬਿਰਕ ਚਾਲਣਾ ਲਟਕ ਰਿਹਾ, ਨਾ ਉਮੀਦੀ ਕਿਤੇ ਨਹੀਂ। ਤੌਖਲੇ ਤੋਂ ਪਹਿਲਾਂ ਹੌਸਲਾ ਹੈ, ਤੌਖਲਾ ਦੁਜੈਲ ਹੋ ਗਿਆ। ਇਹ ਕਿਤੇ ਕਵਿਤਾ ਦਾ ਹਾਸਲ ਹੁੰਦਾ ਹੈ। ਡਾਕਟਰ ਜਗਤਾਰ ਲਿਖਦਾ ਹੈ ਤਾਂ ਮਕਤਲ ਤੋਂ ਪਹਿਲਾਂ ਬੇੜੀਆਂ ਦੀ ਛਣਕਾਰ ਹੈ, ਖੜਕਾ ਹੈ, ਆਵਾਜ਼ ਹੈ, ਖਾਮੋਸ਼ੀ ਤੋਂ ਪਹਿਲਾਂ। ਲਾਲ ਸਿੰਘ ਦਿਲ ਦੇ ਪਾਤਰ ਬੱਚੇ ਬਾਬੇ ਬੂਝਾ ਸਿੰਘ ਦੇ ਨਾਮ ਨਾਲ ਜੋੜ ਕੇ ਇੰਕਲੌ ਕਰਦੇ ਨੇ। ਚੰਗੇ ਲੱਗੇ ਯਾਰ ਸਰਬਜੀਤ ਤੇਰੇ ਸ਼ੇਅਰ। ਨੈਕਸਟ, ਹਾਂ ਐਲੀ, ਤੈਨੂੰ ਅੱਜ ਕੋੜਿਆਂ ਦੇ ਦਰਸ਼ਨ ਵੀ ਕਰਵਾ ਹੀ ਦਿੰਨਾ। ਹੈਗੇ ਨੇ ਕੋੜੇ ਇੰਡੀਆ 'ਚ, ਹੈਗੇ ਆ ਇੱਕ ਕੋੜਾ ਦੇਖ, ਇਹਦੀ ਫੇਸਬੁੱਕ ਸਟੇਟਸ ਤੋਂ ਦੇਖਦੇ ਆ ਇਹਨੂੰ। ਹੈਦਰਾਬਾਦ 'ਚ ਇੱਕ ਕੁੜੀ ਨਾਲ ਰੇਪ ਹੋਇਆ, ਮਗਰੋਂ ਜ਼ਾਲਮਾਂ ਨੇ ਉਹਨੂੰ ਅੱਗ ਲਾ ਕੇ ਸਾੜਤਾ। ਪੁਲਿਸ ਨੇ ਗ੍ਰਿਫਤਾਰ ਕਰ ਲਏ, ਫਿਰ ਘਟਨਾ ਵਾਲੀ ਥਾਂ ਲਿਜਾ ਕੇ ਐਨਕਾਊਂਟਰ ਕਰਤਾ। ਹਾਹਾਕਾਰ ਮਚ ਗਈ, ਲੋਕ ਉਂਗਲਾਂ ਟੁੱਕਣ। ਮੀਡੀਆ ਨੇ ਇਹ ਵਿਚਾਰ ਬਣਾਤਾ ਕਿ ਚੰਗਾ ਹੋਇਆ ਨਿਆਂ ਗਿਆ ਢੱਠੇ ਖੂਹ 'ਚ। ਰਵਿਸ਼ ਕੁਮਾਰ ਦੀ ਪ੍ਰਾਈਮ ਟਾਈਮ 'ਚ ਰਿਪੋਰਟ ਆਈ ਕਿ ਜੇ ਇੰਝ ਹੀ ਕਰਨਾ ਤਾਂ ਜੱਜ ਸਾਰੇ ਸ਼ਿਮਲੇ ਚਲੇ ਜਾਓ ਤੇ ਬਰਫ਼ ਦਾ ਲੁਤਫ ਲਓ। ਉਸ ਬਾਰੇ ਇਹ ਦੇਖ ਕੀ ਲਿਖ ਰਿਹਾ। ਰੋਣ ਵਾਲਿਆਂ ਤਾਂ ਹਰ ਹਾਲ ਰੋਣਾ ਹੀ ਹੁੰਦਾ, ਪਰ ਹੈਦਰਾਬਾਦ ਐਨਕਾਊਂਟਰ ਨਾਲ ਬੇਉਮੀਦ ਹੋ ਚੁੱਕੀ ਜਨਤਾ 'ਚ ਇੱਕ ਉਮੀਦ, ਇੱਕ ਉਤਸ਼ਾਹ, ਇੱਕ ਵਿਸ਼ਵਾਸ ਜ਼ਰੂਰ ਪੈਦਾ ਹੋਇਆ। ਕੀੜੀ ਦੀ ਚਾਲ ਚੱਲਣ ਵਾਲੀ ਨਿਆਂਪਾਲਿਕਾ ਵੀ ਹੁਣ ਕੁਝ ਯਕੀਨਨ ਰਫ਼ਤਾਰ ਪਕੜੇਗੀ। ਵੈਸੇ ਹੈਦਰਾਬਾਦ ਹਾਈ ਕੋਰਟ ਦੇ ਹੁਕਮਾਂ ਤੋਂ ਪ੍ਰਤੀਤ ਹੋਣ ਲੱਗਾ ਹੈ ਕਿ ਉਹ ਹੁਣ ਇੱਕ ਖਾਨਾ ਪੂਰਤੀ ਜਿਹੀ ਕਰਕੇ ਆਪਣੇ ਠਿੱਠੱਲੇਪਣ ਤੇ ਪਰਦਾ ਹੀ ਪਾਏਗੀ ਤੇ ਅਗਾਂਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਦੀ ਹੋਈ ਨਿਆਂ ਪ੍ਰਣਾਲੀ ਨੂੰ ਚੁਸਤ ਦਰੁਸਤ ਕਰਨ 'ਚ ਜੁਟ ਜਾਏਗੀ। ਉਨਾਵ ਰੇਪ ਪੀੜਤਾਂ ਨੂੰ ਜਲਾ ਕੇ ਮਾਰਨ ਵਾਲੇ ਵੀ ਹੁਣ ਕੁਝ ਹੀ ਦਿਨਾਂ 'ਚ ਫਾਹੇ ਜ਼ਰੂਰ ਲੱਗਣਗੇ, ਕਿਉਂਕਿ ਨਿਆਂਕਰਤਾਵਾਂ ਨੂੰ ਇਹ ਗੱਲ ਭਲੀ ਭਾਂਤ ਸਮਝ ਆ ਰਹੀ ਹੋਏਗੀ ਕਿ ਹੈਦਰਾਬਾਦ ਦੀ ਪੁਲਿਸ ਬਗੈਰ ਗ੍ਰਹਿ ਮੰਤਰਿਆਲਿਆਂ ਦੀ ਹਰੀ ਝੰਡੀ ਦੇ ਏਡਾ ਸਾਹਸੀ ਕਦਮ ਖੁਦ ਆਪਣੀ ਮਰਜ਼ੀ ਨਾਲ ਚੁੱਕਣ ਦੀ ਸਥਿਤੀ 'ਚ ਕਦੇ ਨਹੀਂ ਸੀ ਹੋ ਸਕਦੀ। ਹੁਣ ਆਪੇ ਸੋਚ ਲੈ ਕੇ ਕੀ ਕਹਿਣਾ ਚਾਹੁੰਦਾ ਇਹ। ਇੱਕ ਹੋਰ ਭਗਤੀ ਦੇਖ ਇਹਦੀ। ਕਿਸੇ ਬਿਜਲੀ ਵਾਲੇ, ਸੈਨੇਟਰੀ ਵਾਲੇ, ਰਾਜ ਮਿਸਤਰੀ, ਲੱਕੜ ਮਿਸਤਰੀ, ਗੇਟ ਗ੍ਰਿਲਾਂ ਵਾਲੇ, ਰੰਗ ਰੋਗਨ ਵਾਲੇ ਨੂੰ ਲੱਭਣ ਨਿਕਲੋ, ਬੈਟਰੀ ਮਾਰਿਆਂ ਤੱਕ ਹੀ ਖੁਰਦਬੀਨ ਵਰਤਿਆਂ ਹੀ ਮਿਲੇਗਾ ਤੇ ਦੁਕਾਨਦਾਰਾਂ ਕੋਲ ਗੱਲ ਕਰਨ ਦੀ ਫੁਰਸਤ ਨਹੀਂ। ਨੌਕਰੀ ਤਬਕਾ ਆਪਣੇ ਰੁਜ਼ਗਾਰ 'ਚ ਰੁੱਝਿਆ। ਬੱਸਾਂ, ਗੱਡੀਆਂ, ਹਵਾਈ ਜਹਾਜ਼ ਸਭ ਤੂੜੇ ਪਏ ਹਨ, ਟਿਕਟ ਨਹੀਂ ਮਿਲਦੀ। ਫਿਰ ਮੰਦੀ ਜਿਹਦਾ ਸ਼ੋਰ ਮਚਾਇਆ ਜਾ ਰਿਹਾ ਉਹ ਕਿੱਥੇ ਹੈ? ਇਹ ਮੰਦੀ ਕੂਕਣਾ ਵੀ ਸਿਆਸੀ ਪ੍ਰਪੰਚ ਹੀ ਲੱਗ ਰਿਹਾ, ਫੋਕਾ ਪ੍ਰਾਪੇਗੰਡਾ। ਇੱਕ ਕੋੜਾ ਹੋਰ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਹੋਵੇ, ਨਾਲ ਆਪਣੀ ਫੋਟੋ ਕਰ ਦਿਓ ਟੈਗ ਸਭ ਨੂੰ। ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦੀ ਵਧਾਈ ਹੋਵੇ, ਨਾਲ ਆਪਣੀ ਫੋਟੋ ਕਰ ਦਿਓ ਟੈਗ ਸਭ ਨੂੰ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਨਾਲ ਆਪਣੀ ਫੋਟੋ ਕਰ ਦਿਓ ਟੈਗ ਸਭ ਨੂੰ। ਗੁਰੂ ਗੋਲਵਲਕਰ ਜੀ ਦੇ ਜਨਮ ਦਿਵਸ ਤੇ ਛੱਤ ਪ੍ਰਣਾਮ, ਨਾਲ ਆਪਣੀ ਫੋਟੋ ਕਰ ਦਿਓ ਟੈਗ ਸਭ ਨੂੰ। ਸਾਵਰਕਰ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਦਿੱਤੇ ਜਾਣ ਦਾ ਤਹਿ ਦਿਲੋਂ ਸਨਮਾਨ ਕਰਦਾ, ਨਾਲ ਆਪਣੀ ਫੋਟੋ ਕਰ ਦਿਓ ਟੈਗ ਸਭ ਨੂੰ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਮਾਣ ਦਿਵਸ ਤੇ ਉਹਨਾਂ ਦੀ ਮੂਰਤੀ ਨੂੰ ਫੁੱਲ ਮਾਲਾ ਭੇਟ ਕਰਦਿਆਂ ਨਾਲ ਆਪਣੀ ਫੋਟੋ ਕਰ ਦਿਓ ਟੈਗ ਸਭ ਨੂੰ। ਹੈਗਾ ਇਹ ਵੀ ਦਲਿਤ ਹੀ ਆ, ਭਗਵੀਂ ਪਾਰਟੀ 'ਚ ਲੀਡਰ ਹੈ, ਕੰਮ ਜਿਹੜੇ ਕਰਦਾ ਹੈ ਤੇਰੇ ਸਾਹਮਣੇ ਹੀ ਆ, ਕੀ ਕਹੋਗੇ? ਇੱਕ ਹੋਰ ਕੋੜਾ, ਪੈਰੀ ਪੈਨਾ ਜੀ, ਇਹਦਾ ਤਕੀਆ ਕਲਾਮ ਹੈ, ਅਕਾਲੀ ਹੈ ਦਲਿਤ ਹੀ। ਪੈਰੀ ਪੈਨਾ ਜੀ, ਪੈਰੀ ਪੈਨਾ ਜੀ, ਪੈਰੀ ਪੈਨਾ ਜੀ, ਇਹ ਹੌਲੀ ਹੌਲੀ ਖਾਕੀ ਨਿਕਰਾਂ 'ਚੋਂ ਨਿਕਲਦਾ ਪਤਾ ਹੀ ਨਹੀਂ ਲੱਗਾ ਕਦੋਂ ਚੇਅਰਮੈਨ ਹੀ ਲੈ ਗਿਆ। ਇਹਨੂੰ ਕਹਿੰਦੇ ਆ ਛੁਪਿਆ ਰੁਸਤਮ। ਕਰਤੀ ਨਾ ਕਮਾਲ, ਫਿਰ ਇਹ ਹੁੱਬਦਾ ਹੈ। ਮੈਂ ਨਿਕਰਾਂ ਦੀ ਗਿਣਤੀ ਕਰਦਾ ਹਾਂ। ਇੱਕ ਹੋਰ ਕੋੜਾ, ਨਹੀਂ ਯਾਰ ਰਹਿਣ ਦੇ, ਕੋੜੇ ਨਹੀਂ ਇਸ ਨਾਵਲ 'ਚ ਆਉਣੇ ਚਾਹੀਦੇ ਬਹੁਤੇ। ਇਸ ਨਾਵਲ 'ਚ ਗੁਰੀਲੇ ਆ ਰਹੇ ਨੇ, ਇਹਨਾਂ ਨੂੰ ਸੈਲੀਬ੍ਰੇਟ ਕਰਦੇ ਆ। ਨੈਕਸਟ, ਅੱਜ ਕੁਟੀਆ ਚਹਿਕ ਰਹੀ ਹੈ, ਦਰਸ਼ਨ ਦੇ ਪੈਰੀਂ ਕਾਹਲ ਹੈ। ਆਉਂਦਿਆਂ ਹੀ ਉਹ ਜਿਵੇਂ ਬਹੁਤ ਕੁਝ ਸਾਧੂ ਨੂੰ ਦੱਸਣਾ ਚਾਹੁੰਦਾ ਹੈ। ਬਾਬਾ ਜੀ ਅੱਜ ਕਮਾਲ ਹੋ ਗਈ। ਲੋਕ ਰੋਹਾਂ ਅੱਗੇ ਨਹੀਂ ਸਰਕਾਰਾਂ ਖੜਦੀਆਂ। ਲੋਕਾਂ ਦੇ ਜਜ਼ਬਾ ਦੇ ਦੇਖ ਕੇ ਹੱਥ ਖੜੇ ਕਰ ਗਈ ਸਰਕਾਰ। ਕਈ ਮਹੀਨਿਆਂ ਦੀ ਰੁਲ ਰਹੀ ਫਾਈਲ ਪਹੁੰਚ ਗਈ ਹੈ ਗਵਰਨਰ ਕੋਲ। ਅਫਸਰ ਆਪ ਆਏ ਧਰਨੇ ਵਾਲੀ ਥਾਂ। ਹੁਣ ਜਲਦੀ ਹੋ ਜੂ ਫੈਸਲਾ। ਅਸੀਂ ਆਪਣੇ ਲੀਡਰ ਨੂੰ ਜਿਵੇਂ ਢੋਲ ਤੇ ਡਗੇ ਤੇ
ਛੱਡਣ ਗਏ ਸੀ ਉਵੇਂ ਹੀ ਲੈਣ ਵੀ ਜਾਵਾਂਗੇ। ਉਹ ਬੱਲੇ ਦਰਸ਼ਨਾ, ਯਾਰ ਸਹੀ ਆ, ਤੁਹਾਡੀ ਲੜਾਈ ਮੂਹਰੇ ਹਾਰ ਗਈ ਸਰਕਾਰ। ਜਾ ਏ ਮੁੰਡਿਆ, ਚਾਹ ਲਿਆ ਦਰਸ਼ਨ ਲਈ, ਬਹਿ ਜਾ ਯਾਰ। ਸਾਧੂ ਆਪਣੀ ਕੁਰਸੀ ਤੇ ਬੈਠਿਆ ਤਾਂ ਦਰਸ਼ਨ ਨੇ ਉਹਦੀਆਂ ਲੱਤਾਂ ਘੁੱਟਣੀਆਂ ਸ਼ੁਰੂ ਕਰਤੀਆਂ। ਨਹੀਂ ਯਾਰ, ਅੱਜ ਰਹਿਣ ਦੇ ਦਰਸ਼ਨਾ, ਅੱਜ ਤੇਰੀ ਜਿੱਤ ਹੋਈ ਹੈ, ਲੱਤਾਂ ਆ ਮੁੰਡਾ ਘੁੱਟ ਦਿੰਦਾ। ਨਹੀਂ ਕੋਈ ਨਹੀਂ ਬਾਬਾ ਜੀ, ਮੈਂ ਘੁੱਟਦਾ। ਨਹੀਂ ਰਹਿਣ ਦੇ। ਸਾਧੂ ਨੇ ਦਰਸ਼ਨ ਨੂੰ ਮੋਢਿਆਂ ਤੋਂ ਫੜ ਬਿਠਾ ਦਿੱਤਾ ਹੈ। ਇਹ ਸਾਧੂ ਛੋਹ ਨਾਲ ਹੀ ਸਮਾਧੀ ਤੱਕ ਲੈ ਜਾਂਦੇ ਆ। ਨੈਕਸਟ। ਹਾ ਹਾ ਹਾ, ਐਲੀ ਕਿਆ ਸਵਾਲ ਕੀਤਾ ਹੈ। ਹਾਂ, ਮੇਰੇ ਬਾਰੇ ਕੋੜਿਆਂ ਦੇ ਨਾਲ ਹੀ ਪਤਾ ਲੱਗ ਜਾਣਾ ਚਾਹੀਦਾ ਹੈ, ਮੇਰੇ ਪਰਿਵਾਰ ਬਾਰੇ ਵੀ। ਵੈਸੇ ਤੁਹਾਡੇ ਵਿਅੰਗ ਕਰਨ ਦੇ ਅੰਦਾਜ਼ ਨਾਲ ਮੈਂ ਆਸ਼ਿਕ ਹੋ ਗਿਆ। ਅਸੀਂ ਦੂਸਰਿਆਂ ਨੂੰ ਕੋੜੇ ਕਹਿੰਦੇ ਹਾਂ, ਅਸੀਂ ਕੀ ਹਾਂ? ਅਸੀਂ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰ ਕੇ ਦੇਖਿਆ। ਖੈਰ, ਸਾਡੇ ਪਰਿਵਾਰ ਨੂੰ ਗਰੀਬ ਨਹੀਂ, ਮਿਹਨਤੀ ਪਰਿਵਾਰ ਕਿਹਾ ਜਾ ਸਕਦਾ ਹੈ। ਅਸੀਂ ਮਿਹਨਤ ਬਹੁਤ ਕੀਤੀ। ਮਿਹਨਤ ਤੁਹਾਨੂੰ ਗਰੀਬ ਨਹੀਂ ਰਹਿਣ ਦਿੰਦੀ, ਪਰ ਅਮੀਰ ਵੀ ਨਹੀਂ ਬਣਾ ਸਕਦੀ ਹੁੰਦੀ। ਸਾਡੀ ਇੱਛਾ ਵੀ ਨਹੀਂ ਸੀ ਸ਼ਾਇਦ। ਹਾਂ, ਮੇਰੇ ਬਾਪ ਕੋਲ ਇੰਟਰਪ੍ਰੇਨਿਓਰਸ਼ਿਪ ਸੀ। ਉਹ ਹਿੰਮਤੀ ਬੜੇ ਸਨ, ਸਕੀਮੀ ਵੀ। ਇੱਕ ਵਾਰ ਵੇਲਾ ਆ ਗਿਆ ਕਿ ਮੇਰੀ ਪੜ੍ਹਾਈ ਬੰਦ ਕਰਵਾ ਕੇ ਮੈਨੂੰ ਦਿਹਾੜੀ ਦੱਥੇ 'ਚ ਭੇਜਣਾ ਸ਼ੁਰੂ ਕਰਤਾ। ਬਾਪ ਮੇਰਾ ਕਚੀਚੀਆਂ ਲਵੇ। ਫਿਰ ਉਹਨੇ ਸਕੀਮ ਕੱਢ ਲਈ। ਸਾਡੇ ਕੋਲ ਲਵੇਰਾ ਸੀ, 2 ਮੱਝਾਂ 2 ਗਾਵਾਂ। ਉਹਨਾਂ ਦਾ ਦੁੱਧ ਅਸੀਂ ਇੱਕ ਦੋਧੀ ਨੂੰ ਪਾਉਂਦੇ ਸੀ। ਉਹਨੇ ਕਿਹਾ ਕਿ ਅਸੀਂ ਦੋਧੀ ਦੀ ਥਾਂ ਦੁੱਧ ਆਪ ਸ਼ਹਿਰ ਲੈ ਕੇ ਜਾਵਾਂਗੇ। ਉਸ ਵਕਤ ਮੌਲਟਾਊਨ ਇੱਕ ਕਾਰਖਾਨੇ 'ਚ ਢਲਾਈ ਦਾ ਕੰਮ ਕਰਦੇ ਸਨ। ਉਹਨਾਂ ਲਾਲਾ ਜੀ ਨਾਲ ਸਲਾਹ ਕਰਕੇ 3-4 ਘਰਾਂ 'ਚ ਦੁੱਧ ਲਗਵਾ ਲਿਆ। ਸਵੇਰੇ ਕਾਰਖਾਨੇ ਜਾਂਦੇ ਵੇਲੇ ਉਹ ਦੁੱਧ ਲੈ ਜਾਇਆ ਕਰਨ। ਸ਼ਾਮ ਦੇ ਵੇਲੇ ਮੇਰੀ ਡਿਊਟੀ ਲੱਗ ਗਈ। ਮੇਰੀ ਪੜ੍ਹਾਈ ਦੁਬਾਰਾ ਸ਼ੁਰੂ ਹੋ ਗਈ, ਕਮਾਈ ਨਾਲ ਵੱਖਰੀ। ਇਉਂ ਹੀ ਮੈਨੂੰ ਯਾਦ ਹੈ, ਉਹ ਕਣਕ ਦੀ ਵਢਾਈ ਮੌਕੇ ਕਾਰਖਾਨੇ ਤੋਂ ਛੁੱਟੀਆਂ ਲੈ ਕੇ ਬਗੜ ਦਾ ਵਪਾਰ ਕਰਦੇ। ਇਹ ਹੁਸ਼ਿਆਰਪੁਰ ਤੋਂ ਗਾਂਹ ਕਿਤੇ ਉਹ ਬਗੜ ਲੈ ਆਉਂਦੇ, ਫਿਰ ਜੱਟਾਂ ਨੂੰ ਬੇੜ ਵੱਟਣ ਲਈ ਵੇਚਦੇ। ਵਾਹਵਾ ਕਮਾਈ ਕਰ ਲੈਂਦੇ ਸਨ। ਇੱਕ ਹੋਰ ਕਮਾਲ ਦੀ ਗੱਲ, ਉਹਨਾਂ ਕਦੇ ਆਪਣੀਆਂ ਦੋਵੇਂ ਧੀਆਂ ਨੂੰ ਜੱਟ ਦੇ ਖੇਤੀ ਕੰਮ ਕਰਨ ਨਹੀਂ ਭੇਜਿਆ। ਉਹਨਾਂ ਵਾਸਤੇ ਬਾਣ ਵੱਟਣ ਵਾਲੀ ਮਸ਼ੀਨ ਘਰ ਲਿਆ ਰੱਖੀ ਸੀ। ਉਹ ਦੋਵੇਂ ਇਹਦੇ 'ਤੇ ਬਾਣ ਵੱਟਦੀਆਂ ਰਹਿੰਦੀਆਂ ਜਾਂ ਮਾਂ ਨਾਲ ਪਸ਼ੂਆਂ ਦੇ ਕੰਮ 'ਚ ਹੱਥ ਵਟਾਉਂਦੀਆਂ। ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਜਦੋਂ ਮਕਾਨ ਬਣਾਇਆ ਤਾਂ ਨੀਵਾਂ ਬਹੁਤ ਸੀ। ਅਸੀਂ ਪੂਰੇ ਪਰਿਵਾਰ ਨੇ ਸਵੇਰੇ ਜਦੋਂ ਬਾਹਰ ਅੰਦਰ ਜਾਣਾ ਹੁੰਦਾ ਸੀ, ਨਾਲ ਟੋਕਰਾ ਲੈ ਕੇ ਜਾਣਾ, ਆਉਂਦੇ ਹੋਏ ਢਾਬ ਤੋਂ ਮਿੱਟੀ ਦਾ ਭਰ ਲਿਆਉਣਾ। ਇੰਜ ਅਸੀਂ ਭਰਤੀ ਪਾ ਕੇ ਮਕਾਨ ਬਰਾਬਰ ਕਰ ਲਿਆ। ਹੋਰ ਸੁਣ ਫਿਰ, ਉਹ ਕੀ ਕਰਦੇ ਸਨ ਕਿ ਦਿੱਲੀ ਵੱਲ ਜਾਂਦੇ ਸਨ ਆਲੂਆਂ ਦੀ ਬਿਜਾਈ ਗੁਡਾਈ ਕਰਨ। ਮੇਰੇ ਬਾਪ ਨੂੰ ਮੁਹੱਲੇ ਦੇ ਲੋਕ ਠੇਕੇਦਾਰ ਵੀ ਕਹਿੰਦੇ ਸਨ। ਉਹ ਆਲੂਆਂ ਦੀ ਬਿਜਾਈ ਜਾਂ ਗੁਡਾਈ ਦਾ ਠੇਕਾ ਲੈ ਲੈਂਦੇ ਤੇ ਵਿਹੜੇ ਦੇ ਕਈ ਹੋਰ ਹਿੰਮਤੀ ਲੋਕਾਂ ਨੂੰ ਨਾਲ ਲੈ ਕੇ ਕਈ ਦਿਨ ਬਿਜਾਈ ਗੁਡਾਈ ਕਰਦੇ ਰਹਿੰਦੇ। ਕਈ ਵਾਰ ਤਾਂ ਮਹੀਨਾ 1.5 ਮਹੀਨਾ ਵੀ ਲੰਘ ਜਾਂਦਾ। ਜਦੋਂ ਵਾਪਸ ਆਉਂਦੇ ਤਾਂ ਨਾਲ ਸਿਲਵਰ ਦੇ ਵੱਡੇ ਵੱਡੇ ਪਤੀਲੇ ਲੈ ਕੇ ਆਉਂਦੇ। ਉੱਥੇ ਜਿਨ੍ਹਾਂ 'ਚ ਸਾਂਝਾ ਲੰਗਰ ਬਣਿਆ ਕਰਦਾ ਸੀ, ਕਮਾਈ ਵੀ ਵਾਹਵਾ ਕਰਕੇ ਲਿਆਉਂਦੇ ਸੀ। ਉੱਧਰਲੀ ਇੱਕ ਗੱਲ ਬਾਪੂ ਸੁਣਾਉਂਦਾ ਹੁੰਦਾ ਸੀ ਵੀ ਇੱਕ ਵਾਰ ਖੇਤ ਦੇ ਮਾਲਕ ਨੂੰ ਕਿਸੇ ਨੇ ਪੰਜਾਬੀ 'ਚ ਚਿੱਠੀ ਪਾਈ। ਉਹਦੇ ਤੋਂ ਪੜ੍ਹੀ ਨਾ ਗਈ। ਉਦੋਂ ਇਹ ਕਿਸੇ ਹੋਰ ਦੇ ਖੇਤਾਂ 'ਚ ਆਲੂਆਂ ਦੀ ਬਿਜਾਈ ਕਰ ਰਹੇ ਸੀ। ਕਾਮੇ ਸਾਰੇ ਜਿਹੜੇ ਪੰਜਾਬ 'ਚੋਂ ਜਾਂਦੇ ਸੀ ਅਨਪੜ੍ਹ, ਉਹ ਚਿੱਠੀ ਲੈ ਕੇ ਮੇਰੇ ਕੋਲ ਆ ਗਿਆ। ਮੈਂ ਪੜ੍ਹ ਕੇ ਸੁਣਾਤੀ। ਫਿਰ ਜਦੋਂ ਅਸੀਂ ਉਹਦੇ ਖੇਤਾਂ 'ਚ ਕੰਮ ਕਰਨ ਗਏ ਤਾਂ ਉਹ ਕਹੇ ਕਿ ਖੇਤ ਅੱਜ ਬੱਤਰ ਨਹੀਂ। ਮੈਂ ਕਿਹਾ ਲਾਲਾ ਜੀ, ਮੈਂ ਖੇਤ 'ਚ ਖੜਾ, ਮੈਂ ਤਾਂ ਪੰਜਾਬ ਬੈਠਾ ਵੀ ਦੱਸ ਦਊਂ ਕਿ ਖੇਤ ਬੱਤਰ ਹੈ ਕਿ ਨਹੀਂ। ਉਹ ਬਹਿਸ ਕਰਨ ਲੱਗਾ ਤਾਂ ਮੈਂ ਕਿਹਾ, ਫਿਰ ਜੇ ਇੰਨਾ ਹੀ ਸਿਆਣਾ ਸੀ ਤਾਂ ਚਿੱਠੀ ਨਾ ਪੜ੍ਹ ਸਕਿਆ। ਬਸ ਫਿਰ ਕੀ, ਖੇਤ ਬੱਤਰ ਸੀ। ਉਹ ਵਿਦਵਾਨ ਵੀ ਬਹੁਤ ਸਨ, ਸਿਰੜੀ ਪੂਰੇ, ਅਨਪੜ੍ਹ ਸਨ। ਇੱਕ ਵਾਰ ਧਾਰ ਲਿਆ ਕਿ ਜਦ ਤੱਕ ਮੁਹਾਰਨੀ ਨਹੀਂ ਆ ਜਾਂਦੀ ਰੋਟੀ ਨਹੀਂ ਖਾਣੀ। ਧਰਤੀ ਤੇ ਸੁਆਹ ਖਿਲਾਰ ਲਈ, ਉਂਗਲ ਨਾਲ ਉਹਦੇ ਤੇ ਵਾਹੁਣ ਲੱਗੇ। ਐੜਾ ਮੁਕਤਾ ਕੰਨਾ, ਇਸ ਸਿਆਰੀ ਈ ਬਿਹਾਰੀ, ਏ ਲਾਵਾਂ ਐ ਦੁਲਾਵਾਂ, ਅੰਗ ਟਿੱਪੀ ਆਮ ਬਿੰਦੀ। ਬਸ ਫਿਰ ਉਦੋਂ ਹੀ ਬਸ ਕੀਤੀ ਜਦੋਂ ਮੁਹਾਰਨੀ ਨੇ ਹੱਥ ਖੜੇ ਕਰਤੇ। ਫਿਰ ਉਹਨਾਂ ਨੇ ਕਿੱਸੇ ਪੜ੍ਹਨੇ ਸ਼ੁਰੂ ਕੀਤੇ। ਜਾਨੀ ਚੋਰ ਦਾ 12 ਹਿੱਸਿਆਂ 'ਚ ਕਿੱਸਾ, ਨਲ ਦਮਯੰਤੀ, ਗੋਲਖੁੰਡਾ, ਰੂਪ ਬਸੰਤ, ਸੋਹਣੀ ਮਹੀਵਾਲ, ਜ਼ਿੰਦਗੀ ਬਿਲਾਸ, ਪੂਰਨ ਭਗਤ, ਹਾਤਮ ਤਾਈ, ਹੋਰ ਪਤਾ ਨਹੀਂ ਕਿੰਨੇ ਕੁ। ਉਹ ਗਾ ਕੇ ਕਿੱਸੇ ਪੜ੍ਹਦੇ। ਪਿੰਡ ਦੇ ਬਜ਼ੁਰਗ ਉਹਨਾਂ ਦੀ ਆਵਾਜ਼ ਦਾ ਲੁਤਫ ਮਾਣਦੇ। ਅਸੀਂ ਬੱਚੇ ਖੁਸ਼ ਹੁੰਦੇ। ਉਹਨਾਂ ਦਾ ਅੰਦਾਜ਼ ਕਮਾਲ ਸੀ। ਮਾਲਣ ਦੀ ਭੂਮਿਕਾ 'ਚ ਆਪਣੇ ਕਥਾ ਰਾਜੇ ਰੂਪ ਨੂੰ ਸੁਣਾ ਰਹੇ ਉਹਦੇ ਭਰਾ ਬਸੰਤ ਦੀ ਜਦੋਂ ਵਾਰੀ ਆਉਣੀ, ਛੰਦ ਦੇ ਅਖੀਰ 'ਚ ਉਹਨੇ ਕਹਿਣਾ ਕਿ ਇਤਨੀ ਕਥਾ ਕਹੀ ਅਬ ਰਾਜੇ, ਫਿਰ ਕਹੂੰਗੀ ਭਲਕੇ, ਤਾਂ ਰੂਪ ਦਾ ਕਲੇਜਾ ਧੂਇਆ ਜਾਣਾ ਤੇ ਨਾਲ ਹੀ ਸੁਣਨ ਵਾਲੇ ਦਾ। ਪਰ ਉਹਨਾਂ ਨੇ ਇੰਨੇ ਨੂੰ ਕਿਤਾਬ ਮੁੱਧੀ ਮਾਰ ਦੇਣੀ ਤੇ ਆਪਣੀ ਐਨਕ ਲਾ ਕੇ ਦੇਖਣਾ। ਉਹਨਾਂ ਦੇ ਚਿਹਰੇ ਤੇ ਉਸ ਵਕਤ ਨੂਰ ਹੁੰਦਾ ਸੀ।
ਮਜ਼ੇ ਦੀ ਗੱਲ ਸੁਣ ਇੱਕ, ਉਹ ਕੀ ਕਰਦੇ ਕਿ ਹੁਸ਼ਿਆਰਪੁਰ ਵਾਲੇ ਪਾਸੇ ਅੰਬਾਂ ਦੇ ਬਾਗ ਠੇਕੇ ਉੱਤੇ ਲੈ ਲੈਂਦੇ, ਉੱਥੇ ਝੁੱਗੀ ਬਣਾ ਕੇ ਰਹਿਣ ਲੱਗਦੇ, ਰਾਖੀ ਕਰਦੇ। ਵਪਾਰੀ ਕਿਸਮ ਦਾ ਮਾਈਂਡ ਸੀ ਉਹਨਾਂ ਦਾ। ਪੈਲ ਕਿਵੇਂ ਪਾਉਣੀ ਹੈ ਤਾਂ ਅੰਬਾਂ ਦਾ ਟੋਕਰਾ ਕਿਵੇਂ ਲਾਉਣਾ ਹੈ ਉਹਨਾਂ ਤੋਂ ਸਿੱਖੇ ਕੋਈ। ਉੱਥੇ ਹੀ ਗੱਲ ਦੱਸਦੇ ਹੁੰਦੇ ਸੀ ਇੱਕ, ਕਹਿੰਦੇ ਕਿ ਮੈਂ ਬੁੱਲੋਵਾਲ ਅੰਬਾਂ ਦਾ ਬਾਗ ਲੈ ਲਿਆ। ਉੱਥੇ ਜਿੱਥੇ ਝੁੱਗੀ ਬਣਾਈ ਉਹਦੇ 2-3 ਕੁ ਫਰਲਾਂਗ ਦੀ ਵਿੱਥ ਉੱਤੇ ਇੱਕ ਚੀਤਾ ਲੰਘਿਆ ਕਰੇ, ਮਸਤ ਚਾਲੇ ਲੰਘ ਜਾਇਆ ਕਰੇ। ਕਈ ਦਿਨ ਬੀਤ ਗਏ, ਮੈਨੂੰ ਇੱਕ ਦਿਨ ਪਤਾ ਨਹੀਂ ਕੀ ਸੁੱਜੀ, ਮੈਂ ਡਾਂਗ ਚੁੱਕੀ ਤੇ ਚੀਤੇ ਦੇ ਪਿੱਛੇ ਪਿੱਛੇ ਪੈ ਨਿਕਲਿਆ। ਚੀਤੇ ਮੂਹਰੇ ਮੂਹਰੇ ਦੌੜ ਪਿਆ। 3 ਕੁ ਮੀਲ ਬਾਅਦ ਚੀਤਾ ਮੇਰੇ ਪਿੱਛੇ ਪਿੱਛੇ ਤੇ ਮੈਂ ਉਹਦੇ ਮੂਹਰੇ ਮੂਹਰੇ। ਮੈਂ ਝੁੱਗੀ 'ਚ ਪਰ ਆ ਵੜਿਆ, ਚੀਤਾ ਗਾਂਹ ਨਿਕਲ ਗਿਆ। ਮੁੜ ਕੇ ਉਹ ਚੀਤਾ ਉੱਧਰ ਨਜ਼ਰ ਨਹੀਂ ਆਇਆ। ਮੈਂ ਇਹ ਗੱਲ ਇੱਕ ਵਾਰ ਆਪਣੀ ਘਰ ਵਾਲੀ ਨੂੰ ਸੁਣਾਈ ਤਾਂ ਉਹ ਕਹਿਣ ਲੱਗੀ, ਪਹਿਲਾਂ ਬੰਦੇ ਵੀ ਤੇ ਜਾਨਵਰ ਵੀ ਰੂਹ ਦੇ ਸਾਫ਼ ਹੁੰਦੇ ਸੀ, ਉਹ ਇੱਕ ਦੂਜੇ ਨੂੰ ਪੜ੍ਹ ਲੈਂਦੇ ਸੀ, ਤੇ ਹੁਣ ਤਾਂ ਖੌਫ ਆਉਂਦਾ ਬੰਦਿਆਂ ਤੋਂ ਵੀ ਤੇ ਜਾਨਵਰਾਂ ਤੋਂ ਵੀ। ਇੱਕ ਹੋਰ ਇੰਜ ਦੀ ਹੋਈ ਸੁਣ, ਇਹ ਕਿਤੇ ਮੇਰੇ ਨਾਨਕਿਆਂ ਦੇ ਜਾ ਰਹੇ ਸਨ, ਮੇਰੀ ਮਾਂ ਤੇ ਭੈਣ ਵੀ ਨਾਲ ਸਨ। ਰਾਹ 'ਚ ਟਾਂਗਾ ਖਰਾਬ ਹੋ ਗਿਆ, ਇਹਨਾਂ ਨੂੰ ਹਨੇਰਾ ਪੈ ਗਿਆ। ਤੁਰ ਕੇ ਜਾਣ ਕਰਕੇ ਇਹ ਕੀ ਦੇਖਦੇ ਨੇ ਕਿ ਸੂਹੇ ਉੱਤੇ ਕੁਝ ਸ਼ੱਕੀ ਜਿਹੇ ਬੰਦੇ ਖੜੇ ਨੇ। ਕਹਿਣ ਲੱਗੇ, ਦੇਖੋ ਮੁਸੀਬਤ ਵੀ ਆ ਸਕਦੀ ਹੈ, ਪਰ ਆਪਾਂ ਕੰਬ ਕੇ ਨਹੀਂ ਮਰਨਾ, ਲੜ ਕੇ ਮਰਾਂਗੇ। ਇਹਨਾਂ ਕੀ ਕੀਤਾ, ਆਪਣੀ ਜੁੱਤੀ ਲਾ ਲਈ, ਇੱਕ ਪੋਲਾ ਉਹਦਾ ਮੇਰੀ ਮਾਂ ਨੂੰ ਫੜਾਤਾ। ਮਜ਼ਬੂਤੀ ਨਾਲ ਇਹਨਾਂ ਜੁੱਤੀਆਂ ਫੜ ਲਈਆਂ, ਬਈ ਅੱਜ ਇਹੀ ਹਥਿਆਰ ਹੋ। ਇੰਨੇ ਧੜਕ ਉੱਥੋਂ ਦੀ ਲੰਘ ਗਏ। ਉਹ ਬੰਦੇ ਉੱਥੇ ਹੀ ਖੜੇ ਰਹੇ, ਪਰ ਇਹਨਾਂ ਨੂੰ ਉਹਨਾਂ ਕੁਝ ਨਾ ਕਿਹਾ। ਦਰਅਸਲ ਸਾਡਾ ਪਰਿਵਾਰ ਕਾਮਾ ਪਰਿਵਾਰ ਸੀ, ਮਿਹਨਤੀ। ਸਾਰੇ ਬੱਚੇ ਵੀ ਕੰਮ 'ਚ ਓਨਾ ਹੀ ਹੱਥ ਵਟਾਉਂਦੇ ਸੀ। ਇੱਕ ਵਾਰ ਮੈਨੂੰ ਯਾਦ ਹੈ, ਅਸੀਂ ਨਹਿਰ ਨੇੜਲੇ ਖੇਤਾਂ 'ਚ ਝੋਨਾ ਵੱਢ ਜਾਂ ਝਾੜ ਰਹੇ ਸੀ। ਦਿਨੇ ਵੱਢ ਲੈਣਾ, ਤੜਕਸਾਰ ਲੋ ਲੱਗਣ ਤੋਂ ਵੀ ਪਹਿਲਾਂ ਜਾ ਕੇ ਭੈਣਾਂ ਨੇ ਸੱਥਰ ਚੁੱਕ ਕੇ ਲਿਆਉਣੇ ਤੇ ਅਸੀਂ ਸਾਰਿਆਂ ਨੇ ਝੋਨਾ ਝਾੜਨਾ। ਇੱਕ ਦਿਨ ਕੀ ਹੋਇਆ ਵੀ ਸਾਨੂੰ ਝੋਨਾ ਝਾੜਦਿਆਂ ਨੂੰ ਲੋ ਲੱਗ ਗਈ। ਵੱਡੀ ਭੈਣ ਸੱਥਰ ਮੋਢਿਆਂ ਤੇ ਰੱਖੀ ਆ ਰਹੀ ਸੀ ਕਿ ਮੇਰਾ ਧਿਆਨ ਉਹਦੇ ਵੱਲ ਗਿਆ। ਮੈਂ ਦਹਿਲ ਗਿਆ। ਸੱਥਰ ਨਾਲ 3 ਸੱਪ ਲਮਕ ਰਹੇ ਸਨ ਉਹਦੇ ਮੋਢਿਆਂ ਤੋਂ ਦੀ। ਮੈਂ ਰੌਲਾ ਪਾਤਾ, ਸੱਪ ਸੱਪ ਸੱਪ, ਕਿਸੇ ਨੂੰ ਸਮਝ ਨਾ ਆਵੇ। ਮੈਂ ਫਿਰ ਭੈਣ ਨੂੰ ਕਿਹਾ ਕਿ ਸੱਥਰ ਸੁੱਟ ਦੇ, ਸੱਪ ਆ ਇਹਦੇ 'ਚ। ਉਹਨੇ ਸੱਥਰ ਸੁੱਟ ਦਿੱਤਾ, ਪਰ ਸੱਪ ਇੱਕ ਤਾਂ ਠੰਡ ਨਾਲ ਮਰੇ ਜੇ ਹੁੰਦੇ ਸੀ ਤੇ ਦੂਜੇ ਨਹਿਰੀ ਹੋਣ ਕਰਕੇ ਜ਼ਹਿਰੀ ਨਹੀਂ ਸੀ। ਫਿਰ ਅਸੀਂ ਦੇਖਿਆ ਪਰਾਲੀ 'ਚ ਪਈ ਕਈ ਸੱਪ ਝੋਨੇ ਦੇ ਨਾਲ ਝੰਬ ਸੁੱਟੇ। ਹਨੇਰਾ ਹੋਣ ਕਰਕੇ ਪਤਾ ਹੀ ਨਹੀਂ ਲੱਗਾ। ਹੋਰ ਪਿੱਛੇ ਲੈ ਚੱਲਦਾ ਤੁਹਾਨੂੰ। ਬਾਬਾ ਸਾਡਾ ਜਿਹੜਾ ਸੀ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ, ਨਾਲ ਉਹਦੇ ਕਬੂਤਰ ਪਾਲੇ ਹੁੰਦੇ ਸੀ। ਬਹੁਤ ਸ਼ੌਕੀਨ ਆਦਮੀ ਸੀ। ਉਹਦੀ ਕਾਰੀਗਰੀ ਦੀ ਲੋਕਾਂ 'ਚ ਵਾਹਵਾ ਭੱਲ ਸੀ, ਖਾਸ ਕਰਕੇ ਮੁਸਲਮਾਨਾਂ 'ਚ। ਕਈ ਕਬੂਤਰ ਰੱਖਣ ਵਾਲੇ ਪਠਾਨ ਨੇੜਲੇ ਪਿੰਡਾਂ ਦੇ ਉਹਦੇ ਦੋਸਤ ਵੀ ਸਨ, ਉਹਦੇ ਕੋਲ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਵਾਰ ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਇਹਦੇ ਲਾਖੇ ਕਬੂਤਰ ਦਾ ਬੱਚਾ ਮਰ ਗਿਆ। ਇੱਕ ਪਠਾਨ ਉਸਮਾਨਪੁਰ ਤੋਂ ਇਹਦੇ ਕੋਲ ਅਫਸੋਸ ਕਰਨ ਆਇਆ। ਇਹ ਉਹਨੂੰ ਕਹਿਣ ਲੱਗਾ ਕਿ ਜੇ ਮੇਰਾ ਪੁੱਤ ਕੋਈ ਮਰ ਜਾਂਦਾ ਤਾਂ ਮੈਨੂੰ ਇੰਨਾ ਦੁੱਖ ਨਾ ਲੱਗਦਾ ਜਿੰਨਾ ਲਾਖੇ ਦੇ ਬੱਚੇ ਦਾ ਲੱਗਾ। ਬਾਪੂ ਮੇਰੇ ਨੂੰ ਗੁੱਸਾ ਆ ਗਿਆ। ਉਹ ਦਿਨ ਜਾਵੇ, ਆਹ ਦਿਨ ਆਵੇ, ਉਹਨੇ ਆਪਣੇ ਪਿਓ ਨਾਲ ਕਲਾਮ ਨਹੀਂ ਕੀਤਾ। ਬਾਬਾ ਮੇਰਾ ਫਿਰ ਇੱਕ ਵਾਰ ਹਨੇਰੀ 'ਚ ਘਿਰ ਗਿਆ। ਉਹ ਕਿਸੇ ਦਰਖਤ ਨਾਲ ਟਕਰਾ ਕੇ ਮਰ ਗਿਆ ਸੀ। ਮਾਂ ਸਾਡੀ ਦੀ ਵੀ ਸੁਣ ਲੈ, ਦਾਨੀ ਔਰਤ ਸੀ। ਸਾਰਾ ਵਿਹੜਾ ਉਹਨੂੰ ਬੀਬੀ ਕਹਿ ਕੇ ਬੁਲਾਉਂਦਾ ਸੀ, ਹਰੇਕ ਦਾ ਦੁੱਖ ਸੁੱਖ ਸੁਣਨ ਵਾਲੀ। ਉਹਦੇ ਮਾਪੇ ਜੁਲਾਹੇ ਸਨ, ਖੱਡੀ ਉਣਦੇ ਸਨ। ਨਾਨੀ ਸਾਡੀ ਬੜੀ ਭੋਲੀ ਔਰਤ ਸੀ। ਜਦੋਂ ਮੇਰਾ ਜਨਮ ਹੋਇਆ ਤਾਂ ਉਹ ਚਤਈ ਲੈ ਕੇ ਆਈ ਦੋਤੇ ਲਈ, ਆਪ ਬੁਣ ਕੇ। ਉਹ ਧੋਗੜੀ ਪਿੰਡੋਂ ਆਈ ਸੀ, ਕੁਝ ਦਿਨ ਇੱਥੇ ਰਹੀ, ਫਿਰ ਵਾਪਸ ਤੁਰ ਪਈ। ਟਾਂਗਾ ਫੜ ਕੇ ਰੇਲਵੇ ਸਟੇਸ਼ਨ ਪਹੁੰਚੀ। ਉਹਦੇ ਕੋਲ ਕਿਰਾਏ ਲਈ ਹੀ ਪੈਸੇ ਸਨ। ਕਿਸੇ ਮੰਗਤੀ ਨੇ ਵਾਸਤਾ ਪਾਇਆ ਕਿ ਤੇਰਾ ਦੋਤਾ ਜੀਵੇ, ਮੈਨੂੰ ਕੁਝ ਖਾਣ ਵਾਸਤੇ ਪੈਸੇ ਦੇ। ਦੋਤਾ ਸ਼ਬਦ ਸੁਣਦੇ ਜਿਹੜੇ ਪੈਸੇ ਸੀਗੇ ਉਹ ਮੰਗਤੀ ਨੂੰ ਦੇ, ਆਪ ਪੈਦਲ ਹੀ ਹੋ ਤੁਰੀ। ਖੈਰ ਉਹਨੇ ਸਾਰਾ ਦਿਨ ਪਸ਼ੂਆਂ ਨਾਲ ਪਸ਼ੂ ਹੋਏ ਰਹਿਣਾ, ਪੱਠੇ ਦੱਥੇ, ਦੁੱਧ ਚੋਣਾ, ਪਸ਼ੂਆਂ ਨੂੰ ਨਹਾਉਣਾ ਧੋਣਾ, ਗੋਹਾ ਕੂੜਾ ਸਾਂਭ ਸੰਭਾਲਾ, ਚੁੱਲ੍ਹਾ ਚੌਂਕਾ। ਧੰਨ ਸੀ ਯਾਰ ਉਹ ਲੋਕ। ਇੱਕ ਵਾਰੀ ਸਾਡੇ ਗੁਆਂਢੀਆਂ ਦੇ ਘਰੇ ਟੇਪ ਰਿਕਾਰਡਰ ਉੱਤੇ ਗੀਤ ਵੱਜੇ, ਕਿਹੜਾ ਰਾਹ ਜਾਂਦੀ ਨੂੰ ਛੇੜੇ। ਮਾਂ ਮੇਰੀ ਗਾਂ ਚੋਣ ਲੱਗੀ ਸੀ, ਹੱਥ 'ਚ ਬਾਲਟੀ ਤੇ ਨਿਆਣੇ ਵਾਲੀ ਰੱਸੀ ਸੀ। ਉਹ ਗਾਂ ਨੂੰ ਪਰਾਂ ਕਰਨ ਲਈ ਉਹਨੂੰ ਉਸੇ ਰੱਸੀ ਨਾਲ ਮਾਰੇ ਤੇ ਅਚੇਤ ਹੀ ਨਾਲੇ ਕਹੀ ਜਾਏ ਕਿ ਕਿਹੜਾ ਰਾਹ ਜਾਂਦੀ ਨੂੰ ਛੇੜੇ, ਕਿਹੜਾ ਰਾਹ ਜਾਂਦੀ ਨੂੰ ਛੇੜੇ। ਅਸੀਂ ਸੁਣ ਲਿਆ। ਸਾਡੇ ਹੱਸਦਿਆਂ ਦੇ ਸੂਲ ਉੱਠ ਪਿਆ। ਮਗਰੋਂ ਜਦ ਤੱਕ ਉਹ ਤੁਰ ਨਹੀਂ ਗਈ ਅਸੀਂ ਉਹਨਾਂ ਨੂੰ ਯਾਦ ਕਰਾਉਣ ਲਈ ਕਹਿਣਾ, ਉਹ ਕੀ ਸੀ ਬੀਜੀ,
ਕਿਹੜਾ ਰਾਹ ਜਾਂਦੀ ਨੂੰ ਛੇੜੇ, ਉਹਦਾ ਚਿਹਰਾ ਖਿੜ ਉੱਠਣਾ ਤੇ ਸਾਡਾ ਮਨ। ਨੈਕਸਟ, ਮੇਰੀ ਫੇਸਬੁੱਕ ਵਾਲ ਤੋਂ। ਆਓ ਜੀ ਆਇਆਂ ਨੂੰ। ਬਹੁਤ ਸਾਰੀਆਂ ਝੀਲਾਂ ਦੇਖੀਆਂ ਨੇ, ਪਰ ਇੰਨੀ ਸ਼ਾਂਤ ਝੀਲ ਪਹਿਲੀ ਵਾਰ ਦੇਖੀ। ਬਿਲਕੁਲ ਜਿਵੇਂ ਜੰਗਲ ਸੌਂ ਰਿਹਾ ਹੋਵੇ, ਪੱਤਾ ਵੀ ਡਿੱਗੇ ਤਾਂ ਖੜਾਕ ਸੁਣੇ। ਝੀਲ ਨੂੰ ਖਬਰ ਤੱਕ ਨਹੀਂ ਕਿ ਲੱਖਾਂ ਕੋਹਾਂ ਤੋਂ ਉੱਡ ਕੇ ਆਏ ਹਜ਼ਾਰਾਂ ਪਰਿੰਦੇ ਉਹਦੇ ਪਾਣੀ ਨਾਲ ਖੇਡ ਰਹੇ ਨੇ, ਮੱਛੀਆਂ ਨੂੰ ਕਲੋਲਾਂ ਕਰ ਰਹੇ ਨੇ, ਤੈਰੀਆਂ ਲਾ ਰਹੇ ਨੇ, ਡੁਬਕੀਆਂ ਲਗਾ ਰਹੇ ਨੇ। ਹਜ਼ਾਰਾਂ ਦੀ ਗਿਣਤੀ 'ਚ ਪਾਣੀ ਦੀ ਤਹਿ ਨਾਲ ਪਹੁੰਚੇ ਘਸਾਉਂਦਿਆਂ ਦੂਰ ਨਿਕਲ ਰਹੇ ਨੇ, ਨੇੜੇ ਆ ਰਹੇ ਨੇ। ਉਹ ਸ਼ਾਂਤ ਹੈ। ਤੁਸੀਂ ਮੌਜ ਕਰੋ। ਮੇਰੇ ਮਨ 'ਚ ਆ ਰਿਹਾ, ਯਾਰ ਐਡਾ ਰਹਿਮ ਦਿਲ ਵੀ ਕੋਈ ਹੋ ਸਕਦਾ ਹੈ। ਹਾਂ, ਹਰੀਕੇ ਪੱਤਣ ਵਾਲੀ ਝੀਲ ਐਡੀ ਸ਼ਾਂਤ ਰਹਿਮ ਭਰੀ ਸੀ। ਦੂਰ ਤੱਕ ਫੈਲਿਆ ਪਾਣੀ, ਦੱਬਦੀਆਂ ਧਲੀਆਂ, ਪੰਛੀਆਂ ਦੇ ਨਜ਼ਾਰੇ, ਕਮਾਲ ਹੀ ਹੋ ਗਈ। ਮੈਂ, ਤਸਕੀਨ, ਮਨਜਿੰਦਰ ਤੇ ਡਾਕਟਰ ਚਰਨਦੀਪ, ਅਸੀਂ ਚਾਰੇ ਕੱਲ੍ਹ ਹਰੀਕੇ ਪੱਤਣ ਸੀ। ਆਨੰਦ ਮਾਣ ਕੇ ਵਾਪਸ ਆਉਂਦਿਆਂ ਮਰਹਾਣੇ ਤਸਕੀਨ ਦੇ ਵੱਡੇ ਭੈਣ ਜੀ ਦੇ ਘਰ ਚਾਹ ਪਾਣੀ ਪੀਤਾ। ਮੈਂ ਮਹਿਸੂਸ ਕੀਤਾ ਕਿ ਭੈਣ ਜੀ ਤੇ ਉਹਨਾਂ ਦੇ ਹਸਬੈਂਡ ਵੀ ਜਿਵੇਂ ਉਸੇ ਝੀਲ ਵਾਂਗ ਸ਼ਾਂਤ ਨੇ। ਉਹਨਾਂ ਸਾਨੂੰ ਆਪਣੇ ਘਰ ਲਾਏ ਦਰਖਤਾਂ ਦੀਆਂ ਖੋੜਾਂ ਦਿਖਾਈਆਂ, ਜਿੱਥੇ ਤੋਤੇ ਆਪਣੀ ਠਾਹਰ ਬਣਾਉਂਦੇ ਨੇ। ਕਦੇ ਸੁਣਿਆ ਇੰਝ? ਇੱਥੇ ਤਾਂ ਕਿਸੇ ਦੇ ਘਰ ਜਾਓ ਤਾਂ ਹੰਕਾਰ ਨਾਲ ਭਰਿਆ ਤੁਹਾਨੂੰ ਦਿਖਾ ਰਿਹਾ ਹੋਏਗਾ ਕਿ ਮੈਂ ਦੇਖੋ, ਮੈਂ 20 ਲੱਖ ਲਾਇਆ ਕਿਚਨ 'ਤੇ, ਇੰਨਾ ਹੀ ਲਾਇਆ ਬਾਥਰੂਮ 'ਤੇ। ਪਰ ਕੋਈ ਤੁਹਾਨੂੰ ਦਿਖਾਵੇ ਕਿ ਦੇਖੋ ਅਸੀਂ ਦਰਖਤ ਲਾਇਆ ਜਿੱਥੇ ਪੰਛੀ ਆਲ੍ਹਣਾ ਪਾਉਂਦੇ ਨੇ। ਅਸੀਂ ਉਸੇ ਮਾਹੌਲ 'ਚ ਗੁਟਕਦੇ RCF ਆ ਗਏ, ਜਿੱਥੇ ਮਨਦੀਪ ਸਨੇਹੀ ਤੇ ਦੀਪ ਨਿਰਮੋਹੀ ਸਾਡੀ ਉਡੀਕ ਕਰ ਰਹੇ ਸਨ ਤੇ ਸਾਡੀਆਂ ਅੱਖਾਂ 'ਚੋਂ ਪ੍ਰਵਾਸੀ ਪੰਛੀਆਂ ਦੇ ਪਰਛਾਵੇਂ ਲੱਭਣ ਲਈ ਆਤੁਰ ਸਨ। ਨੈਕਸਟ, ਮੈਂ ਨਹੀਂ ਮਾਂ ਦਾ ਫੋਨ ਸੁਣਦੀ ਹੁਣ। ਮੇਰੇ ਪਿਓ ਨੂੰ ਹਰ ਸਾਲ ਇਨੀ ਦਿਨੀ ਹਸਪਤਾਲ ਜਾਣਾ ਪੈਂਦਾ ਹੈ। ਉਹਦੀ ਲੱਤ ਦੀ ਹੱਡੀ ਟੁੱਟ ਗਈ ਸੀ। ਇਹਨਾਂ ਦਿਨਾਂ 'ਚ ਆ ਕੇ ਉਹਦੇ ਪੱਸ ਭਰ ਜਾਂਦੀ ਹੈ। ਫਿਰ 15-20 ਦਿਨ ਹਸਪਤਾਲ 'ਚ ਰਹਿੰਦਾ ਹੈ। ਹੁਣ ਵੀ ਹਸਪਤਾਲ ਹੀ ਹੈ। ਮਾਂ ਫੋਨ ਕਰੀ ਜਾ ਰਹੀ ਬਾਰ-ਬਾਰ। ਮੈਂ ਦੇ ਆਉਂਦੀ ਹਾਂ ਕਈ ਵਾਰ ਜੋ ਮੰਗਦੇ ਨੇ। ਪਰ ਇਹਨਾਂ ਨਾਲ ਇੱਦਾਂ ਹੋਣੀ ਸੀ। ਨਰਕ ਸੁਰਗ ਸਭ ਇੱਥੇ ਹੀ ਹੈ। ਇਹਨਾਂ ਨਾਲ ਹੋਣੀ ਸੀ ਇੱਦਾਂ, ਮੈਨੂੰ ਪਤਾ ਸੀ। ਉਹੀ ਹੈ ਤਸੀਹਾ ਨੰਬਰ 7 ਵਾਲੀ। ਇਹਨੇ ਨਹੀਂ ਹਟਣਾ ਬੋਲਣੋਂ, ਇਹਦੀ ਆਦਤ ਹੈ। ਨੈਕਸਟ, ਹਾਂ ਐਲੀ, ਇਹ ਸਾਧੂ ਇੰਝ ਹੀ ਕਰਦੇ ਨੇ। ਇਹ ਬਹੁਤ ਜ਼ਿੱਦੀ ਹੁੰਦੇ ਨੇ। ਸਵੈ ਮੋਹ ਤੋਂ ਬਹੁਤ ਦੂਰ, ਮੋਹ ਤੋਂ ਹੀ ਬਹੁਤ ਦੂਰ। ਖਾਸ ਕਰਕੇ ਉਦਾਸੀ ਸਾਧੂ। ਸਾਡੇ ਸਾਧੂ ਨੇ ਵੀ ਪਤਾ ਨਹੀਂ ਕੀ ਧਾਰ ਲਿਆ ਕਿ ਬਸ ਸਮਾਧੀ ਲੈ ਲਈ। ਮਲਟੀ ਆਰਗਨ ਫੇਲੀਅਰ 2 ਦਿਨ, ਮਲਟੀ ਆਰਗਨ ਫੇਲੀਅਰ 2 ਦਿਨ। ਇਹ ਕਹਿ ਰਹੇ ਨੇ ਕਿ ਮੈਂ ਨਹੀਂ ਰਹਿਣਾ, ਇੱਥੇ ਸਭ ਕੂੜ ਹੈ। ਇੱਕ ਪ੍ਰੋਫੈਸਰ ਦੋਸਤ ਕੋਲ ਗਏ, ਉਹਨੂੰ ਪੁੱਛਿਆ ਕੀ ਕਰ ਰਹੇ ਹੋ? ਕਹਿਣ ਲੱਗਾ ਕਿ ਮੈਂ RSS ਖਿਲਾਫ ਲਿਖ ਰਿਹਾ। ਉਹਨੂੰ ਕਹਿੰਦੇ ਇੰਨੇ ਸਾਲ ਜਿਹੜਾ ਯੂਨੀਵਰਸਿਟੀ 'ਚ ਉਹਨਾਂ ਵਿਚਾਰਾਂ ਦੀ ਸੇਵਾ ਕੀਤੀ ਉਹ ਕੀ ਸੀ? ਪ੍ਰੋਫੈਸਰ ਨਿਰਉੱਤਰ। ਫਿਰ ਖੁਦ ਹੀ ਉਹਦੇ ਪੈਰਾਂ ਵੱਲ ਝੁੱਕ ਕੇ ਮਾਫੀ ਮੰਗੀ ਕਿ ਮੈਂ ਤੁਹਾਨੂੰ ਦੁਖਾਇਆ ਹੈ। ਇੱਕ ਦਲਿਤ ਲੇਖਕ ਕੋਲ ਗਏ, ਉਹ ਬਹਿ ਗਿਆ ਰੋਣੇ ਰੋਣ। ਉਹਨੂੰ ਟੁੱਟ ਕੇ ਪੈ ਗਏ। ਅਖੇ ਮੈਨੂੰ ਤਾਂ ਤੇਰਾ ਪਿਓ ਕਸੂਰਵਾਰ ਲੱਗਦਾ ਹੈ। ਉਹ ਨਹੀਂ ਸੀ ਪਾਲ ਸਕਦਾ ਤਾਂ ਨਾ ਜੰਮਦਾ ਇੰਨੀ ਵੱਡੀ ਗਿਣਤੀ 'ਚ ਔਲਾਦ। ਗਰੀਬੀ ਤੁਸੀਂ ਆਪ ਸਹੇੜੀ ਆ। ਕੌਣ ਤੁਹਾਨੂੰ ਨਫ਼ਰਤ ਕਰ ਸਕਦਾ? ਕਿਹਦੀ ਜੁਰਤ ਹੈ ਮੇਰੇ ਨਾਲ ਕੋਈ ਵਿਤਕਰਾ ਕਰਕੇ ਦਿਖਾਵੇ? ਤੁਸੀਂ ਹੀ ਨਹੀਂ ਜਾਤ ਛੱਡ ਰਹੇ, ਤੁਸੀਂ ਫੜੀ ਹੋਈ ਆ। ਫਿਰ ਉਹਦੇ ਤੋਂ ਵੀ ਮਾਫੀ ਮੰਗੀ। ਨਹੀਂ ਯਾਰ, ਇੱਥੇ ਸਭ ਕੂੜ ਹੈ। ਬਸ ਦੂਸਰੇ ਦਿਨ ਹੀ ਜ਼ਿੱਦ ਉਹਦੇ ਸਾਹਵੇਂ ਕੁਦਰਤ ਵੀ ਹਾਰ ਗਈ। ਹੁਣ ਉਹਨਾਂ ਤੋਂ ਬਾਅਦ ਹਰ 12 ਕੋਹ 'ਤੇ ਉਹਨਾਂ ਬਾਰੇ ਗੱਲਾਂ ਛਿੜਦੀਆਂ ਨੇ। ਲੋਕ ਗੱਲਾਂ ਕਰਦੇ ਨੇ ਇਹਨਾਂ ਸਾਧੂਆਂ ਬਾਰੇ ਇੰਜੀ। ਫਿਰ ਦੰਦ ਕਥਾਵਾਂ ਸਾਡੇ ਵਾਲੇ ਪਾਸੇ ਛਿੜਦੀਆਂ ਨੇ। ਦੇਖ ਕਿਵੇਂ ਲੋਕ ਗੱਲਾਂ ਕਰਦੇ ਨੇ ਲੋਕ। ਪਹਿਲੇ 12 ਕੋਹ, ਜਿਸ ਪਿੰਡ ਉਹ ਨਹਿਰ ਕਿਨਾਰੇ ਕੁਟੀਆਂ ਪਾਈ ਉਦਾਸੀ ਬੈਠੇ ਸਨ, ਉਹਦੇ ਉੱਤੇ ਕਹਿੰਦੇ ਇੱਕ ਵਾਰ ਆਫਤ ਆ ਗਈ। ਆਫਤ ਆਈ ਪਲੇਗ ਦੇ ਰੂਪ 'ਚ। ਪਿੰਡ ਦਾ ਬੁਰਾ ਹਾਲ। ਇਹ ਸਾਧੂ ਨਗਨ ਰਹਿੰਦੇ ਸਨ ਹਮੇਸ਼ਾ। ਲੋਕ ਦੂਰ ਦੂਰ ਤੋਂ ਆਉਂਦੇ ਦਰਸ਼ਨਾਂ ਵਾਸਤੇ, ਆਪਣੇ ਦੁੱਖ ਦੱਸਦੇ, ਆਸਰਾ ਪਾਉਂਦੇ। ਪਿੰਡ ਵਾਲਿਆਂ ਨੂੰ ਸਮਝ ਨਾ ਪਵੇ ਕਿ ਆਖਰ ਕੀਤਾ ਕੀ ਜਾਏ। ਉਹ ਸਾਰੇ ਇਕੱਠੇ ਹੋ ਕੇ ਸਾਧੂ ਕੋਲ ਗਏ, ਬੇਨਤੀ ਕੀਤੀ ਕਿ ਇੰਝ ਤਾਂ ਪੂਰਾ ਪਿੰਡ ਤਬਾਹ ਹੋ ਜਾਊ। ਹੌਲੀ ਹੌਲੀ ਬੁੱਢੇ ਬੱਚੇ ਜਵਾਨ ਪਲੇਗ ਨਾਲ ਮਰੀ ਤੁਰੇ ਜਾ ਰਹੇ ਨੇ। ਸਾਧੂ ਨੇ ਅੰਤਰ ਧਿਆਨ ਹੋ ਕੇ ਦੇਖਿਆ। ਫਿਰ ਕਹਿਣ ਲੱਗੇ ਕਿ ਕੋਈ ਚਿੱਟਾ ਕੱਪੜਾ ਲੈ ਕੇ ਆਓ, 7 ਗਜ ਵਿਛਾ ਦਿਓ। ਆਪ ਉਸ ਕੱਪੜੇ 'ਤੇ ਲੇਟ ਗਏ। ਫਿਰ ਕਹਿਣ ਲੱਗੇ ਮੇਰੀ ਗੱਲ ਧਿਆਨ ਨਾਲ ਸੁਣ ਲਓ। ਮੈਨੂੰ ਤੁਸੀਂ ਚਿਤਾ 'ਚ ਚਿਣ ਕੇ ਅਗਨ ਦੇ ਦੇਣੀ ਹੈ। ਤੁਹਾਡੇ ਪਿੰਡ ਅੱਜ ਤੋਂ ਬਾਅਦ ਪਲੇਗ ਨਾਲ ਕੋਈ ਮੌਤ ਨਾ ਹੋ। ਪਰ ਹਾਂ, ਹਰ ਸਾਲ ਤੁਹਾਡੇ ਪਿੰਡ ਦੇ ਕਿਸੇ ਇੱਕ ਘਰ ਅੱਗ ਜ਼ਰੂਰ ਲੱਗਿਆ ਕਰੂਗੀ। ਪਰ ਨਾਲ ਹੀ ਇਹ ਵੀ ਮੈਂ ਵਾਰ ਦਿੰਦਾ, ਉਸ ਅੱਗ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਇਆ ਕਰੇਗਾ। ਲੋਕਾਂ ਨੇ ਉਵੇਂ ਹੀ ਕੀਤਾ। ਉਸ ਪਿੰਡ ਉਸ ਤੋਂ ਬਾਅਦ ਪਲੇਗ ਨਾਲ ਇੱਕ ਵੀ ਮੌਤ ਨਹੀਂ ਹੋਈ। ਹਾਂ,
ਇਹ ਗੱਲ ਪੱਕੀ ਹੈ ਕਿ ਵਰੇ ਬੀਤ ਗਏ ਨੇ, ਹਰ ਸਾਲ ਕਿਸੇ ਨਾ ਕਿਸੇ ਦੇ ਘਰ ਅੱਗ ਲੱਗਦੀ ਹੈ ਜ਼ਰੂਰ, ਪਰ ਅੱਗ ਨੇ ਕਿਸੇ ਦਾ ਵੀ ਨੁਕਸਾਨ ਕਦੇ ਨਹੀਂ ਕੀਤਾ। ਅਗਲੇ 12 ਕੋਹ ਤੋਂ ਕੋਈ ਸੰਤਾਂ ਨੂੰ ਬਾਰ-ਬਾਰ ਕਹੀ ਤੁਰਿਆ ਜਾ ਰਿਹਾ ਕਿ ਮਹਾਰਾਜ ਸਾਡੇ ਘਰੇ ਚਰਨੇ ਪਾਓ, ਸਾਡੇ ਘਰੇ ਚਰਨ ਪਾਓ, ਅਸੀਂ ਨਵਾਂ ਘਰ ਬਣਾਇਆ, ਤੁਸੀਂ ਜ਼ਰੂਰ ਆਓ ਉੱਥੇ। ਉਹ ਸੁਣ ਨਹੀਂ ਰਹੀ। ਉਹ ਪਰਿਵਾਰ ਬਾਰ-ਬਾਰ ਉਹੀ ਰਟਣ ਲਾਈ ਬੈਠਾ ਹੈ। ਫਿਰ ਸੰਤ ਅਚਾਨਕ ਕਹਿੰਦੇ ਨੇ ਕਿ ਆਇਆ ਤਾਂ ਸੀ ਮੈਂ ਨੀਹਾਂ ਪੁੱਟਦੇ ਵੇਲੇ ਹੀ, ਤੁਸੀਂ ਓਪਰਾ ਸਮਝ ਕੇ ਮਾਰਿਆ ਮੈਨੂੰ, ਬਲਕਿ ਨਹੀਂ ਯਕੀਨ ਤਾਂ ਆਹ ਦੇਖ ਲਓ। ਸੰਤਾਂ ਦੀਆਂ ਬੱਖੀਆਂ 'ਚ ਸੱਟਾਂ ਦੇ ਨਿਸ਼ਾਨ ਸਨ। ਉਹ ਟੱਬਰ ਹੈਰਾਨ ਹੋ ਗਿਆ। ਨੀਹਾਂ ਪੁੱਟਦੇ ਵਕਤ ਇੱਕ ਸੱਪ ਨਿਕਲਿਆ ਸੀ ਜਿਹਨੂੰ ਉਹਨਾਂ ਜ਼ਖਮੀ ਕਰਕੇ ਭਜਾਤਾ ਸੀ। ਅੱਜ ਪਛਤਾ ਰਹੇ। ਸੰਤ ਉੱਥੇ ਹੈ ਨਹੀਂ, ਸਾਧੂ ਇੰਜੀ ਪਰਤੋ ਦਿੰਦੇ ਨੇ। ਅਗਲੇ 12 ਕੋਹ ਤੇ ਆ ਜਿਹੜੀ ਮਜ਼ਾਰ ਹੈ ਨਾ ਨਿੱਕੀ ਜੀ, ਇੰਜੀ ਤੁਸੀਂ ਕਿਤੇ ਨਹੀਂ ਦੇਖੀ ਹੋਣੀ, ਬਾਹਲੀ ਨਿੱਕੀ ਹੈ। ਇਹ ਆਪਣੀ ਕਿਸਮ ਦੇ ਸੂਫੀ ਸੰਤ ਦੀ ਹੈ। ਉਹ ਕਈ ਸੈਂਕੜੇ ਮੁਰੱਬਿਆਂ ਦੇ ਮਾਲਕ ਸਨ। ਅੰਗਰੇਜ਼ ਦਾ ਰਾਜ ਸੀ, ਅੰਗਰੇਜ਼ ਲਗਾਨ ਇਕੱਠਾ ਕਰਦੇ ਸੀ। ਇੱਕ ਵਾਰ ਇੱਕ ਅਫਸਰ ਇਹਨਾਂ ਕੋਲ ਵੀ ਆ ਗਿਆ। ਇਹ ਬਲਦ ਹੱਕ ਰਹੇ ਸਨ। ਅੰਗਰੇਜ਼ ਘੋੜੇ ਤੇ ਸਵਾਰ ਹੰਕਾਰ ਦਾ ਮਾਰਿਆ ਆ ਕੇ ਪੁੱਛਿਆ ਕਿ ਫਲਾਂ ਨੂੰ ਮਿਲਣਾ ਹੈ। ਇਹ ਕਹਿੰਦੇ ਇੰਨੀ ਦੂਰ ਹਲ ਵਾਹ ਰਿਹਾ। ਅੰਗਰੇਜ਼ ਉਸ ਦਿਸ਼ਾ ਵੱਲ ਗਿਆ, ਉੱਥੇ ਵੀ ਉਹੀ ਹਲ ਵਾਹ ਰਿਹਾ। ਕਿਹਨੂੰ ਮਿਲਣਾ? ਫਲਾਂ ਨੂੰ। ਉਹ ਇੰਨੀ ਦੂਰ ਫਲਾਂ ਦਿਸ਼ਾ 'ਚ ਹਲ ਵਾਹ ਰਿਹਾ, ਉੱਥੇ ਵੀ ਉਹੀ ਜਲਵਾ। ਫੇਰ ਹੋਰ ਅੱਗੇ ਅੰਗਰੇਜ਼ ਬੌਂਦਲ ਗਿਆ ਕਿ ਇੱਕੋ ਬੰਦਾ ਇੰਨੀ ਥਾਈਂ ਹਲ ਕਿਵੇਂ ਵਾਹ ਸਕਦਾ। ਲੋ ਹੋਈ ਉਹਨੂੰ ਰਤਾ ਕੂ। ਫਿਰ ਇਹਨਾਂ ਕਿਹਾ ਕਿ ਉਹਨੂੰ ਮਿਲਣਾ ਤਾਂ ਘੋੜੇ ਤੋਂ ਹੇਠਾਂ ਉਤਰ, ਨੰਗੇ ਪੈਰੀਂ ਆ। ਅੰਗਰੇਜ਼ ਨੇ ਉਵੇਂ ਹੀ ਕੀਤਾ ਤੇ ਮਾਫੀ ਵੀ ਮੰਗੀ। ਫਿਰ ਜੀ ਵਕਤ ਪੈਣ ਨਾਲ ਕਿਸੇ ਬੰਦੇ ਨੇ ਇਹਨਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਇਹ ਸਾਧੂ ਅਜਿਹੇ ਪਰਤੋਅ ਵੀ ਦਿਖਾਉਂਦੇ ਨੇ ਕਦੇ-ਕਦੇ। ਲਓ ਜੀ, ਇਹਨਾਂ ਨੂੰ ਇਹਨਾਂ ਦਾ ਮੁਰੀਦ ਆਪਣੇ ਕੋਲ ਲੈ ਗਿਆ। ਸੇਵਾ ਕੀਤੀ, ਅੰਤਿਮ ਸਮਾਂ ਆ ਗਿਆ। ਉਹਨਾਂ ਦਰਿਆ ਕਿਨਾਰੇ ਕਫਨ ਦਫਨ ਕਰ ਦਿੱਤਾ। ਪਰ ਇਹਨਾਂ ਦੇ ਪੁੱਤਰ ਦੇ ਮਨ 'ਚ ਬਾਰ-ਬਾਰ ਆਵੇ ਕਿ ਅਸੀਂ ਸੈਂਕੜੇ ਮੁਰੱਬਿਆਂ ਦੇ ਮਾਲਕ ਸੀ। ਮੇਰੇ ਪਿਓ ਨੂੰ ਆਪਣੀ ਜ਼ਮੀਨ 'ਚ ਰੌਜ਼ਾ ਬਣਾਉਣ ਦੀ ਵੀ ਜਗ੍ਹਾ ਨਹੀਂ ਮਿਲੀ। ਉਹਨੂੰ ਇਹਨਾਂ ਦੇ ਸੁਪਨੇ 'ਚ ਆ ਕੇ ਕਿਹਾ ਕਿ ਇਸ ਦਿਨ ਨੂੰ ਤੁਸੀਂ ਸਾਰਿਆਂ ਨੇ ਦਰਿਆ ਦੇ ਦੂਜੇ ਕਿਨਾਰੇ ਖੜੇ ਹੋਣਾ। ਇਸ ਵਕਤ ਦਰਿਆ ਮੇਰੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਤੁਹਾਡੇ ਕੋਲ ਲਿਆਵੇਗਾ। ਤੁਸੀਂ ਮੇਰਾ ਕਫਨ ਦਫਨ ਮੇਰੀ ਜ਼ਮੀਨ ਦੇ ਫਲਾਂ ਕਿਨਾਰੇ ਕਰ ਦੇਣਾ। ਪਰ ਹਾਂ, ਰੌਜ਼ਾ ਜੋ ਹੈ ਉਹ ਬਹੁਤ ਨੀਵਾਂ ਰੱਖਣਾ ਹੈ। ਫਕੀਰਾਂ ਨੂੰ ਨੀਵੇਂ ਰਹਿਣਾ ਚਾਹੀਦਾ। ਲਓ ਜੀ, ਉਹੀ ਹੋਇਆ। ਉਸ ਵਕਤ ਦਰਿਆ ਚੜ੍ਹਿਆ। ਉਹਨਾਂ ਢਾਹ ਮਾਰੀ ਆ ਤੇ ਕਬਰ 'ਚੋਂ ਲਾਸ਼ ਲਿਆ, ਉਹਨਾਂ ਕੋਲ ਪਹੁੰਚਾਈ। ਇਹਨਾਂ ਨੇ ਜਿਵੇਂ ਸੁਪਨੇ 'ਚ ਸੁਣਿਆ ਸੀ ਉਵੇਂ ਹੀ ਉਹਨਾਂ ਦਾ ਕਫਨ ਦਫਨ ਕਰ ਦਿੱਤਾ। ਇਹ ਰੌਜ਼ਾ ਉਹਨਾਂ ਦਾ ਹੀ ਹੈ, ਸੈਂਕੜੇ ਮੁਰੱਬਿਆਂ ਦੇ ਮਾਲਕਾਂ ਦਾ। ਅਗਲੇ 12 ਕੋਹ ਤੇ ਸੰਤ ਬੈਠੇ ਨੇ, ਸੰਗਤ ਵੀ ਬੈਠੀ ਹੈ। ਅਚਾਨਕ ਸੰਤ ਉੱਠ ਕੇ ਤੁਰ ਪਏ ਬਾਹਰ ਵੱਲ। ਸੰਗਤ ਵੀ ਪਿੱਛੇ ਹੋ ਗਈ। ਕੁਝ ਹੀਰੇ ਜਵਾਹਰਾਤ ਸੰਤਾਂ ਦੀ ਝੋਲੀ 'ਚੋਂ ਡਿੱਗੇ ਨੇ। ਕੁਝ ਕੁ ਨੇ ਇਕੱਠੇ ਕੀਤੇ ਵਾਪਸ ਪਰਤ ਗਏ। ਫਿਰ ਥੋੜ੍ਹੀ ਦੂਰ ਅਸ਼ਰਫੀਆਂ ਡਿੱਗੀਆਂ ਨੇ। ਕੁਝ ਕੁ ਨੇ ਉਹ ਚੁੱਕੀਆਂ ਪਿਛਾਂਹ ਮੁੜ ਗਏ। ਫਿਰ ਮੋਹਰਾਂ ਡਿੱਗੀਆਂ, ਕੁਝ ਕੁ ਉਹ ਚੁੱਕ ਕੇ ਪਰਤ ਆਏ। ਸਿਰਫ ਇੱਕ ਸਾਥੀ ਰਹਿ ਗਿਆ। ਉਸ ਡੇਰੇ ਦੀ ਗੁਰਗੱਦੀ ਫਿਰ ਉਸੇ ਨੂੰ ਮਿਲੀ, ਸੁਣੀਂਦੀ ਹੈ। ਅਗਲੇ 12 ਕੋਹ ਤੇ ਹਜ਼ਰਤ ਬੂ ਅਲੀ ਕਲੰਦਰ ਅਜੇ ਕੁਝ ਸਮਾਂ ਪਹਿਲਾਂ ਹੀ ਪਾਣੀਪਤ ਆਏ। ਉਹ ਬਾਜ਼ਾਰ 'ਚ ਦੀ ਲੰਘ ਰਹੇ ਸੀ ਕਿ ਇੱਕ ਬਜ਼ੁਰਗ ਫਕੀਰ ਨੂੰ ਰੰਡੀ ਦੇ ਕੋਠੇ ਹੇਠ ਆਵਾਜ਼ਾਂ ਲਗਾਉਂਦੇ ਸੁਣਿਆ ਕਿ ਤੂੰ ਕਦੋਂ ਆਏਂਗੀ, ਹਾਲੇ ਆਈ ਨਹੀਂ। ਹੈਰਾਨ ਹੁੰਦੇ ਨੇ ਕਿ ਕੋਈ ਪਹੁੰਚਿਆ ਫਕੀਰ ਲੱਗ ਰਿਹਾ, ਪਰ ਇੰਜ ਦੀ ਹਰਕਤ। ਉਹ ਫਕੀਰ ਬੂ ਅਲੀ ਕਲੰਦਰ ਦਾ ਨਾਮ ਲੈ ਕੇ ਉਹਨੂੰ ਪੁਕਾਰਦੇ ਨੇ, ਕਿਉਂਕਿ ਇਹ ਤਾਂ ਉਹਨਾਂ ਦਾ ਘਰ ਦਾ ਨਾਮ ਹੈ। ਫਿਰ ਇਸ ਫਕੀਰ ਨੂੰ ਕਿਵੇਂ ਪਤਾ ਲੱਗਾ? ਉਹਦੇ ਕੋਲ ਜਾਂਦੇ ਨੇ ਤਾਂ ਫਕੀਰ ਕਹਿੰਦਾ ਹੈ ਕਿ ਕਦੇ ਕਿਸੇ ਬਾਰੇ ਵੀ ਮਨ 'ਚ ਬਦਗੁਮਾਨੀ ਚੰਗੀ ਨਹੀਂ ਹੁੰਦੀ। ਬੂ ਅਲੀ ਹੈਰਾਨ ਕਿ ਮੇਰੇ ਮਨ 'ਚ ਜੋ ਚੱਲ ਰਿਹਾ ਇਹਨੂੰ ਕਿਵੇਂ ਪਤਾ ਹੈ। ਇਹਨੇ ਨੂੰ ਉਹਨਾਂ ਤੀਸਰਾ ਫਿਕਰਾ ਕੱਸ ਦਿੱਤਾ ਵੀ ਤੂੰ ਅਜਾਨ ਦੇਣ ਵਾਲੇ ਬਾਂਗੀ ਦੀਆਂ ਰਾਤਾਂ ਹੀ ਦੇਖੀਆਂ ਨੇ, ਕਦੇ ਸਾਡੀਆਂ ਰਾਤਾਂ ਵੀ ਦੇਖ ਲਈ। ਬੂ ਅਲੀ ਨੂੰ ਪੱਕਾ ਹੋ ਗਿਆ ਕਿ ਇਹ ਤਾਂ ਕੋਈ ਰੱਬ ਦਾ ਵਲੀ ਹੈ। ਇਹਨਾਂ ਨਿਮਰਤਾ ਨਾਲ ਕਿਹਾ ਕਿ ਮੈਂ ਜ਼ਰੂਰ ਦੇਖਣਾ ਚਾਹਾਂਗਾ। ਕਹਿੰਦੇ ਨੇ ਕਿ ਇਸ ਜੰਗਲ ਦੇ ਫਲਾਂ ਕੋਨੇ 'ਚ ਰਾਤ ਨੂੰ ਆ ਜਾਈਂ। ਬੂ ਅਲੀ ਉੱਥੇ ਪਹੁੰਚਦੇ ਨੇ। ਰੱਬ ਦਾ ਧਿਆਨ ਗਿਆਨ ਸ਼ੁਰੂ ਹੁੰਦਾ ਹੈ। ਕੀ ਕੌਤਕ ਹੈ ਕਿ ਜਿਸ ਵਕਤ ਉਹ ਲਾ ਇਲਾਹਾ ਕਹਿੰਦੇ ਨੇ ਤਾਂ ਬੂ ਅਲੀ ਸਮੇਤ ਹੀ ਉੱਥੋਂ ਗਾਇਬ ਹੋ ਜਾਂਦੇ ਨੇ। ਲਾ ਇਲਾਹਾ ਦਾ ਭਾਵ ਹੈ ਕੋਈ ਨਹੀਂ। ਫਿਰ ਜਦੋਂ ਇਲ ਅੱਲਾ ਕਹਿੰਦੇ ਨੇ ਤਾਂ ਦੋਵੇਂ ਜ਼ਾਹਰ ਹੁੰਦੇ ਨੇ, ਸਿਰਫ ਅੱਲਾ ਦੇ ਸਿਵਾਏ। ਸਾਰੀ ਰਾਤ ਗਿਆਨ ਧਿਆਨ ਚੱਲਦਾ ਹੈ। ਬੂ ਅਲੀ ਨੀਵੇਂ ਹੋ ਕੇ ਪੁੱਛਦੇ ਨੇ ਕਿ ਹਜ਼ੂਰ ਫਿਰ ਉਹ ਕੌਤਕ ਕੀ ਸੀ? ਕਹਿਣ ਲੱਗੇ, ਇੱਕ ਵਾਰ ਮੈਂ ਉਹਨਾਂ ਗਲੀਆਂ 'ਚੋਂ ਲੰਘਿਆ ਜਾ ਰਿਹਾ ਸੀ। ਉੱਥੇ ਇੱਕ ਬਹੁਤ ਅਮੀਰ ਆਦਮੀ ਰੰਡੀ ਦੇ ਕੋਠੇ 'ਤੇ ਦਿਨ ਦਿਹਾੜੇ ਜਾ ਚੜ੍ਹਿਆ। ਮੇਰੇ ਮਨ 'ਚ ਆਇਆ ਕਿ ਇੱਕ ਐਸਾ ਬੰਦਾ ਹੈ, ਇਹਨੂੰ ਹੱਦ ਤੱਕ ਇੱਜ਼ਤ ਦਾ ਵੀ ਖਿਆਲ ਨਹੀਂ। ਤਾਂ ਮੈਨੂੰ ਗੈਬ 'ਚੋਂ ਆਵਾਜ਼ ਆਈ ਕਿ ਰੱਬ ਦੇ ਬੰਦਿਆ, ਤੇਰਾ ਕਮਾਲ ਨਹੀਂ ਹੈ ਕਿ ਤੂੰ ਉਹਦੀ ਥਾਂ ਨਹੀਂ, ਇਹ ਮੇਰਾ
ਫਜ਼ਰ ਹੈ ਕਿ ਮੈਂ ਤੈਨੂੰ ਬਚਾ ਲਿਆ। ਮੈਂ ਤੌਬਾ ਕੀਤੀ। ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬੰਦੇ ਫਿਰ ਰੱਬ ਦੇ ਕਰੀਬ ਹੁੰਦੇ ਨੇ ਉਹਨਾਂ ਨੂੰ ਸਜ਼ਾ ਵੀ ਓਨੀ ਓ ਜ਼ਿਆਦਾ ਮਿਲਦੀ ਹੈ। ਸਜ਼ਾ ਲੱਗੀ ਕਿ ਤੂੰ 1 ਸਾਲ ਪੂਰਾ ਉਸ ਰੰਡੀ ਦੇ ਕੋਠੇ ਤੇ ਦਿਨੇ ਹੀ ਜਾ ਜਲੀਲ ਹੋਇਆ ਕਰ। ਮੇਰੇ 6 ਮਹੀਨੇ ਹੋ ਗਏ ਨੇ ਤੇ 6 ਮਹੀਨੇ ਅਜੇ ਰਹਿੰਦੇ ਨੇ। ਬੂ ਅਲੀ ਕਲੰਦਰ ਦੀਆਂ ਅੱਖਾਂ ਵਹਿ ਤੁਰੀਆਂ। ਨੈਕਸਟ, ਦਫ਼ਤਰ ਦਾ ਦਰਵਾਜ਼ਾ ਖੁੱਲਿਆ। ਉਹੀ ਹੈ ਤਸੀਹਾ ਨੰਬਰ 7। ਅੱਖਾਂ ਡਬਡਬਾਈਆਂ ਨੇ। ਆਉਂਦੀ ਨੇ ਬਾਹਾਂ ਖੋਲੀਆਂ ਨੇ। ਕੈਨ ਆਈ ਹੱਗ ਯੂ? ਯਾ ਵਾਈ ਨਾਟ। ਮੈਂ ਕੁਰਸੀ ਤੋਂ ਉੱਠਿਆ। ਇਹ ਗੁਲਾਬ ਵਾਂਗ ਖਿੜ ਗਈ। ਨੈਕਸਟ, ਮਸਾਂ ਛੁਟਕਾਰਾ ਪਾਇਆ ਸੀ ਉਹਨਾਂ ਦੁੱਖਾਂ ਤੋਂ ਵੀ। ਦੇਹ ਦੇ ਜ਼ਖਮ ਭਰ ਜਾਂਦੇ ਨੇ ਪਰ ਜਿਹੜੇ ਸੰਤਾਪ ਮਨ ਦੇ ਜ਼ਖਮ ਕਰਦੇ ਨੇ ਉਹ ਨਹੀਂ ਭਰਦੇ ਕਦੇ। ਪਰ ਬੰਦਾ ਫਿਰ ਵੀ ਕੀ ਕਰੇ, ਮਰਿਆ ਤਾਂ ਨਹੀਂ ਜਾਂਦਾ। ਖੈਰ ਮੈਂ ਜਦੋਂ ਦੀ ਅਮਰੀਕਾ ਗਈ ਹਾਂ ਵੇਲ ਹੀ ਨਹੀਂ। ਮੇਰਾ ਬੜਾ ਮਨ ਹੁੰਦਾ ਸੀ ਕਿ ਮੈਂ ਪਾਠ ਜ਼ਰੂਰ ਰੈਗੂਲਰ ਕਰਾਂ ਪਰ ਉੱਥੇ ਹਸਪਤਾਲ ਦਾ ਕੰਮ ਹੀ ਇੰਨਾ ਸੀ। ਫਿਰ ਬੱਚੇ ਛੋਟੇ ਸਨ, ਇਹਨਾਂ ਦਾ ਕੰਮ ਨਾ ਮੁੱਕਿਆ ਕਰੇ। ਹਸਬੈਂਡ ਦਾ ਕੰਮ, ਆਪਣੇ ਆਪ ਲਈ ਵੇਲ ਹੀ ਨਹੀਂ ਸੀ। ਥੱਕ ਜਾਣਾ। ਮੇਰੀ ਹੌਬੀ ਸੀ ਘੋੜ ਸਵਾਰੀ, ਉਹ ਤਾਂ ਛੁੱਟ ਹੀ ਗਈ। ਮੈਂ ਕਦੇ ਕਦੇ ਦੁਖੀ ਵੀ ਹੋਣਾ ਪਰ ਮੇਰਾ ਹਸਬੈਂਡ ਬਹੁਤ ਵਧੀਆ ਬੰਦਾ ਹੈ। ਉਹਨੇ ਮੇਰੀ ਸਾਰੀ ਥਕਾਵਟ ਦੂਰ ਕਰ ਦੇਣੀ ਮੁਹੱਬਤ ਨਾਲ। ਬਹੁਤ ਪਿਆਰਾ ਬੰਦਾ। ਫਿਰ ਹੌਲੀ ਹੌਲੀ ਬੱਚੇ ਆਪਣਾ ਆਪ ਸੰਭਾਲਣ ਲੱਗ ਪਏ ਨੇ। ਬੇਟੀ ਨੂੰ ਪੇਂਟਿੰਗ ਦਾ ਸ਼ੌਕ ਹੈ। ਮੇਰੀ ਮਾਂ ਨੂੰ ਸੀ ਪਰ ਘਰ ਦੀਆਂ ਮਜਬੂਰੀਆਂ ਨੇ ਉਹ ਖਾ ਲਿਆ ਸੀ। ਮੈਨੂੰ ਕਵਿਤਾ ਦਾ ਸ਼ੌਕ ਪਰ ਉਹ ਪੂਰਾ ਨਹੀਂ ਹੋ ਪਾਇਆ। ਹੁਣ ਬੇਟੀ ਮੇਰੀ ਲਗਨ ਨਾਲ ਪੇਂਟਿੰਗ ਕਰਦੀ ਹੈ। ਮੈਂ ਉਹਦੇ ਵਿੱਚੋਂ ਆਪਣੀ ਕਵਿਤਾ ਪੜ੍ਹ ਲੈਂਦੀ ਹਾਂ। ਆਪਣੀ ਮਾਂ ਦੇ ਹੱਥਾਂ 'ਚ ਫੜਿਆ ਬਰੱਸ਼ ਯਾਦ ਆ ਜਾਂਦਾ ਕਦੇ ਕਦੇ। ਬੇਟਾ ਮੇਰਾ ਡਾਕਟਰ ਹੈ, ਮਿਊਜ਼ਿਕ ਦਾ ਸ਼ੌਕੀਨ ਹੈ, ਵਾਇਲਨ ਬਹੁਤ ਅੱਛੀ ਵਜਾਉਂਦਾ ਹੈ। ਵੱਡੀ ਗੱਲ ਹੈ ਕਿ ਉਹ ਹੁਣ ਇੰਡੀਪੈਂਡੈਂਟ ਨੇ ਤੇ ਮੈਨੂੰ ਕੁਝ ਵੇਲ ਮਿਲੀ ਹੈ। ਮੈਂ ਘੋੜ ਸਵਾਰੀ ਸ਼ੁਰੂ ਕੀਤੀ ਹੈ। ਮੇਰੇ ਹਸਬੈਂਡ ਮੇਰਾ ਸਹਿਯੋਗ ਕਰਦੇ ਨੇ, ਰਸੋਈ 'ਚ ਵੀ ਸਹਿਯੋਗ ਕਰਦੇ ਨੇ। ਪਰ ਹਾਂ, ਅਜੇ ਇੰਨੀ ਕੋਈ ਵੇਲ ਮਿਲੀ ਹੈ। ਮੇਰਾ ਪਾਠ ਕਰਨ ਵਾਲਾ ਮਨ ਅਜੇ ਅਧੂਰਾ ਹੈ। ਮੈਂ ਸ਼ੁਰੂ ਕਰ ਲਿਆ ਸੀ ਪਰ ਫਿਰ ਛੁੱਟ ਗਿਆ। ਪਰ ਜ਼ਿੰਦਗੀ ਹੈ ਨਾ ਕਦੇ ਸੁਪਨਾ ਵੀ ਪੂਰਾ ਹੋ ਜਾਊ। ਨੈਕਸਟ, ਸਰਕਾਰ ਨੇ ਖੇਤ ਮਜ਼ਦੂਰ ਆਗੂਆਂ ਦੀ ਰਿਹਾਈ ਵਾਲੀ ਫਾਈਲ ਰਾਜਪਾਲ ਕੋਲ ਭੇਜ ਦਿੱਤੀ ਸੀ। ਉਹਦੇ ਵੱਲੋਂ ਕੁਝ ਮਾਰਕ ਹੋ ਕੇ ਆਇਆ, ਸੁਧਾਰ ਕੀਤਾ ਗਿਆ। ਫਿਰ ਫਾਈਲ ਉੱਧਰ। ਅਖੀਰ ਸਰਕਾਰ ਨੇ ਸਜ਼ਾ ਮਾਫੀ ਦਾ ਐਲਾਨ ਕਰ ਦਿੱਤਾ। ਲੋਕਾਂ ਦੀ ਜਿੱਤ ਹੋਈ। ਜੁਝਾਰੂ ਢੋਲ ਦੇ ਡਗਿਆਂ ਤੇ ਨੱਚ ਉੱਠੇ। ਅੱਜ ਉਹ ਆਪਣੇ ਲੀਡਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਕਰਕੇ ਜੇਲ੍ਹ 'ਚੋਂ ਲੈ ਕੇ ਆਉਣਗੇ। ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਹੈ। ਦਰਸ਼ਨ ਵੀ ਤੜਕਸਾਰ ਤੋਂ ਹੀ ਆਪਣੇ ਸਾਥੀਆਂ ਨੂੰ ਸੱਦੇ ਦੇ ਰਿਹਾ ਹੈ। ਵਾਹਵਾ ਬੰਦੇ ਇਕੱਠੇ ਹੋ ਗਏ ਨੇ। ਦਰਸ਼ਨ ਦੇ ਕਦਮਾਂ 'ਚ ਕਾਹਲ ਹੈ, ਚਿਹਰੇ ਤੇ ਖੁਸ਼ੀ ਹੈ। ਉਹਦੇ ਆਗੂ ਰਿਹਾ ਹੋਣਗੇ। ਉਹ ਜਿੱਤ ਦੇ ਜਸ਼ਨ ਮਨਾਉਣਗੇ। ਲਾਲ ਝੰਡਿਆਂ ਨਾਲ ਗੱਡੀ ਸੱਜ ਗਈ ਹੈ। ਨਾਰੇ ਗੂੰਜੇ ਨੇ, ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਗੱਡੀ ਦੇ ਸਟਾਰਟ ਹੋਣ ਦੀ ਆਵਾਜ਼ ਆਈ ਹੈ। ਦਰਸ਼ਨ ਅਗਵਾਈ ਕਰ ਰਿਹਾ ਹੈ। ਗੱਡੀ ਪਈ ਹੈ। ਕੁਟੀਆ ਕੋਲੋਂ ਲੰਘਦਿਆਂ ਦਰਸ਼ਨ ਨੇ ਪੂਰੇ ਜੋਸ਼ ਨਾਲ ਨਾਰਾ ਮਾਰਿਆ, ਇਨਕਲਾਬ ਜ਼ਿੰਦਾਬਾਦ। ਉਹਦੀ ਭੁੱਬ ਨਿਕਲ ਗਈ। ਨੈਕਸਟ, ਹਾਂ ਸੱਚ, ਮੈਂ ਇੱਕ ਗੱਲ ਤੈਨੂੰ ਦੱਸਣੀ ਤਾਂ ਭੁੱਲ ਹੀ ਗਿਆ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਦੁੱਧ ਪਾਉਣਾ ਸ਼ੁਰੂ ਕੀਤਾ। 4 ਘਰਾਂ ਤੋਂ ਹੌਲੀ ਹੌਲੀ ਅਸੀਂ ਫੈਲਦੇ 10 ਘਰਾਂ ਤੱਕ ਕੱਪੜ ਗਏ। ਲਹਿਰਾਂ ਬਹਿਰਾਂ ਕੇ ਉੱਥੇ ਇੱਕ ਕੋਠੀ ਇੱਕ ਬਜ਼ੁਰਗ ਨੇ ਰਾਮ ਸ਼ਰਣਮ ਮੰਦਰ ਨੂੰ ਦਾਨ ਦਿੱਤੀ ਹੋਈ ਸੀ। ਆਪ ਉਹ ਇਸ ਮੰਦਰ ਦੀ ਪਿਛਾੜੀ 2 ਕਮਰਿਆਂ 'ਚ ਰਹਿੰਦੇ ਸੀ। ਉਹਨਾਂ ਦੀ ਭੈਣ ਉਹਨਾਂ ਦੇ ਨਾਲ ਰਹਿੰਦੀ ਸੀ। ਬਜ਼ੁਰਗ, ਮੈਂ ਉਹਨਾਂ ਦੇ ਦੁੱਧ ਪਾਉਣ ਜਾਣਾ ਤਾਂ ਦੇਖਣਾ ਕਿ ਇਹ ਬਜ਼ੁਰਗ ਡੰਕ ਪੈਨ ਨਾਲ ਹਮੇਸ਼ਾ ਹੀ ਕੁਝ ਨਾ ਕੁਝ ਲਿਖਣ ਲੱਗਿਆ ਰਹਿੰਦਾ। ਉਹਨੇ ਮੈਨੂੰ ਇਸ਼ਾਰਾ ਕਰਨਾ ਤੇ ਕੋਈ ਪ੍ਰਸ਼ਾਦ ਮੇਰੇ ਹੱਥ 'ਤੇ ਰੱਖਣਾ ਹਰ ਰੋਜ਼। ਬਹੁਤ ਖੂਬਸੂਰਤ ਬਜ਼ੁਰਗ ਸੀ। ਫਿਰ ਸਮਾਂ ਪਾ ਕੇ ਜਦੋਂ ਮੈਂ ਕਾਲਜ ਜਾਣ ਲੱਗ ਪਿਆ ਤਾਂ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕਿ ਮੈਂ ਪੜ੍ਹਦਾ ਵੀ ਹਾਂ, ਇਕੱਲਾ ਦੁੱਧ ਹੀ ਨਹੀਂ। ਤੇ ਉਹ ਬਹੁਤ ਖੁਸ਼ ਹੋਏ। ਮੈਨੂੰ ਕਾਲਜ ਦਾ ਨਾਮ ਪੁੱਛਿਆ, ਮੈਂ ਦੱਸਿਆ। ਫਿਰ ਉਹ ਮੈਨੂੰ ਕਹਿੰਦੇ ਕਿ ਤੂੰ ਕੁਝ ਲਿਖਿਆ ਕਰ। ਮੈਂ ਕਿਹਾ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਲਿਖਣ ਬਾਰੇ। ਉਹ ਕਹਿੰਦੇ ਮੈਂ ਤੈਨੂੰ ਦੱਸਦਾ। ਇੱਕ ਵਾਰ ਇੱਕ ਗਲੀ 'ਚੋਂ ਇੱਕ ਅੰਨਾ ਬੰਦਾ ਜਾ ਰਿਹਾ ਸੀ। ਉਹਦੇ ਹੱਥ 'ਚ ਲੈਲਟਨ ਸੀ। ਮੋਹਰੇ ਆ ਰਹੇ ਸੁਜਾਖੇ ਬੰਦੇ ਨੇ ਉਹਨੂੰ ਪੁੱਛਿਆ, ਤੈਨੂੰ ਦਿਖਾਈ ਤਾਂ ਕੁਝ ਦਿੰਦਾ ਨਹੀਂ, ਫਿਰ ਇਹ ਲਾਲਟਨ ਕਿਉਂ ਫੜੀ ਹੈ? ਅੰਨਾ ਕਹਿੰਦਾ ਇਹ ਮੇਰੇ ਲਈ ਨਹੀਂ, ਤੇਰੇ ਲਈ ਹੈ। ਤੂੰ ਇਹਨੂੰ ਆਪਣੇ ਸ਼ਬਦਾਂ 'ਚ ਲਿਖ ਕੇ ਕੱਲ੍ਹ ਲੈ ਕੇ ਆਵੀਂ। ਅਗਲੇ ਦਿਨ ਮੈਂ ਲਿਖ ਕੇ ਲੈ ਗਿਆ। ਮੈਨੂੰ ਕਹਿੰਦੇ ਇਹਦੇ ਹੇਠਾਂ ਆਪਣਾ ਨਾਮ ਵੀ ਲਿਖ ਦੇ। ਮੈਂ ਲਿਖ ਦਿੱਤਾ। ਕੁਝ ਹਫ਼ਤਿਆਂ ਮਗਰੋਂ ਉਹਨਾਂ ਮੈਨੂੰ ਇੱਕ ਪੰਜਾਬੀ ਅਖਬਾਰ ਫੜਾਈ। ਉਹਦੇ 'ਚ ਮੇਰੇ ਨਾਂ ਹੇਠ ਚੁਟਕਲਾ ਛਪਿਆ ਹੋਇਆ ਸੀ। ਮੈਨੂੰ ਬੜੀ ਖੁਸ਼ੀ ਹੋਈ। ਫਿਰ ਕੀ ਲੇਖਕ ਵੱਲ ਕਦਮ ਆਪ ਮੁਹਾਰੇ ਪੁੱਟੇ ਗਏ। ਉਹ ਬਜ਼ੁਰਗ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਰੌਸ਼ਨ ਲਾਲ ਅਹੂਜਾ ਸਨ। ਇਹ ਗੱਲ ਮੈਨੂੰ ਉਹਨਾਂ ਦੀ ਮੌਤ ਦੀ ਖਬਰ ਪੜ੍ਹ ਕੇ ਪਤਾ ਲੱਗੀ। ਨੈਕਸਟ, ਜੋਧਾ ਬਾਈ ਦੇ ਝੁਮਕੇ। ਮੈਂ ਕਈ ਵਾਰੀ ਮਹਿਸੂਸ ਕੀਤਾ ਕਿ ਕਿਤਾਬਾਂ 'ਚ ਇਤਿਹਾਸ ਹੋਰ ਤਰ੍ਹਾਂ ਦਾ ਹੁੰਦਾ ਹੈ
ਤੇ ਜਦੋਂ ਤੁਸੀਂ ਇਹਦੀ ਪੈੜ ਨੱਪਦੇ ਚੱਲ ਰਹੇ ਹੁੰਦੇ ਹੋ ਤਾਂ ਇਹ ਬਿਲਕੁਲ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਤੁਸੀਂ ਇਹਦੀਆਂ ਕਈ ਮਰੋੜੀਆਂ ਆਪ ਖੋਲ੍ਹਦੇ ਹੋ। ਮਸਲਨ ਮੈਂ ਦੇਖਿਆ ਮੁਗਲ ਇਮਾਰਤਾਂ ਦੀ ਵਿਸ਼ਾਲਤਾ ਤੇ ਹਿੰਦੂ ਇਮਾਰਤਾਂ ਦੀ ਭੁੱਲ ਭੁਲਈਆਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਆਰਕੀਟੈਕਚਰਲ ਲੜਾਈ ਵੀ ਨਾਲ ਨਾਲ ਚੱਲ ਰਹੀ ਹੈ। ਇਹੀ ਇਮਾਰਤਾਂ ਰਾਜਿਆਂ ਦੀਆਂ ਕੁੰਠਾਵਾਂ ਦੀ ਗਵਾਹੀ ਵੀ ਦੇ ਜਾਂਦੀਆਂ ਨੇ, ਜਾਂ ਕਹੋ ਚੁਗਲੀ ਕਰ ਜਾਂਦੀਆਂ ਨੇ। ਗਵਾਲੀਅਰ ਦੇ ਕਿਲੇ 'ਚ ਔਰਤਾਂ ਦੇ ਦੇਖਣ ਕਰਨ ਵਾਲੀਆਂ ਜੋ ਥਾਵਾਂ ਸਨ, ਉਹ ਇੰਨੀਆਂ ਪਰਦੇ ਵਾਲੀਆਂ ਕਿ ਸੁਣ ਕੇ ਸਾਹ ਹੁੱਟ ਜਾਂਦਾ ਸੀ। ਪਰ ਫਤਿਹਪੁਰ ਸੀਕਰੀ 'ਚ ਜੋਧਾਬਾਈ ਦੇ ਮਹਿਲ 'ਚ ਜਾ ਕੇ ਸਾਹ ਭਰਵਾਂ ਆ ਰਿਹਾ ਸੀ। ਫਿਰ ਇਹਦੇ ਨਾਲ ਹੀ ਭਾਵੇਂ ਗਵਾਲੀਅਰ ਵਾਲੇ ਮਹਿਲ 'ਚ ਔਰਤਾਂ ਦੇ ਬੈਠਣ ਵਾਲੀ ਥਾਂ ਜਾਲੀਆਂ ਵਿੱਚ ਡਾਂਡੀਆ ਡਾਂਸ ਉਕਰਿਆ ਹੋਇਆ ਸੀ, ਪਰ ਉਹਦੇ ਮੁਕਾਬਲੇ ਜੋਧਾਬਾਈ ਦੀ ਰਸੋਈ 'ਚ ਨਿਕਾਸ਼ਕਾਰੀ ਦੀ ਇੱਕ ਲਾਈਨ ਉਹਦੇ 82 ਤਰ੍ਹਾਂ ਦੇ ਝੁਮਕਿਆਂ ਦੀ ਹੈ। ਦੇਖ ਕੇ ਪਤਾ ਨਹੀਂ ਕਿੰਨੀ ਤਰ੍ਹਾਂ ਨਾਲ ਇਤਿਹਾਸ ਮਨ 'ਚ ਅੰਗੜਾਈਆਂ ਲੈਂਦਾ ਰਿਹਾ। ਅਨੂਠਾ ਅਨੁਭਵ। ਨੈਕਸਟ। ਐਲੀ, ਇਹ ਗੱਲ ਠੀਕ ਹੈ ਕਿ ਮੈਂ ਤੇਰੇ ਨਾਵਲ ਪੜ੍ਹਨ ਤੋਂ ਬਾਅਦ ਪ੍ਰੇਰਿਤ ਹੋ ਕੇ ਇਹ ਨਾਵਲ ਲਿਖਿਆ। ਇਹ ਨਾਵਲ ਇਹ ਤੋਂ ਜ਼ਿਆਦਾ ਲੰਬਾ ਖਿੱਚਣਾ ਚਾਹੀਦਾ ਵੀ ਨਹੀਂ। ਹਰ ਰਚਨਾ ਆਪਣੀ ਘਾੜਤ ਆਪ ਘੜ ਕੇ ਲੈ ਆਈ। ਜਿਵੇਂ ਮੇਰੀ ਦੋਸਤ ਕਹਿੰਦੀ ਹੁੰਦੀ ਹੈ ਕਿ ਮੈਂ ਤੇਰੇ ਲਈ ਚੁੰਮੀਆਂ ਘਰੋਂ ਹੀ ਘੜ ਕੇ ਲਿਆਉਂਦੀ ਹਾਂ, ਜਿਵੇਂ ਕੋਈ ਹੀਰ ਚੂਰੀ ਬਣਾਉਂਦੇ ਆ, ਉਹਦੇ 'ਚ ਪਿਆਰ ਗੁੰਨਦੀ ਹੈ। ਹਾ ਹਾ ਹਾ, ਤੂੰ ਮੈਨੂੰ ਫੜ ਲਿਆ। ਪਰ ਹਾਂ, ਮੈਂ ਇੰਨੀ ਨਿਰਾਸ਼ ਨਹੀਂ ਲਿਆਉਣੀ ਚਾਹੁੰਦਾ। ਦਰਅਸਲ ਮੈਂ ਆਪਣੇ ਦੇਸ਼ ਦੇ ਤਸੀਹਾ ਕੈਂਪਾਂ ਦੀ ਨਿਸ਼ਾਨਦੇਹੀ ਕਰਨਾ ਚਾਹੁੰਦਾ ਸੀ। ਮੈਂ ਕਰ ਦਿੱਤੀ ਹੈ, ਜਾਂ ਜਿੰਨੀ ਕੁ ਮੈਂ ਕਰ ਸਕਿਆ। ਸਾਨੂੰ ਕਿਤੇ ਨਾ ਕਿਤੇ ਜਾ ਕੇ ਕੁਝ ਭੁੱਲਣਾ ਵੀ ਚਾਹੀਦਾ ਹੈ। ਹਾਲਾਂਕਿ ਤਸੀਹਾ ਨੰਬਰ 9 ਵਾਲੀ ਬੀਬੀ ਕਹਿੰਦੀ ਹੈ, ਕਿਵੇਂ ਭੁੱਲਿਆ ਜਾਵੇ? ਭੁੱਲਿਆ ਜਾ ਸਕਦਾ ਹੀ ਨਹੀਂ। ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਹੌਲੀ ਹੌਲੀ ਜ਼ਖਮਾਂ 'ਤੇ ਅੰਗੂਰ ਜ਼ਰੂਰ ਆਉਂਦਾ ਹੈ। ਉਹ ਬੀਬੀ ਨੂੰ ਇਸ ਗੱਲ ਦੀ ਸਮਝ ਨਹੀਂ, ਪਰ ਉਹਨੇ ਜੀਣਾ ਸਿੱਖ ਲਿਆ ਹੈ। ਉਹਨੇ ਲੜ ਕੇ ਜੀਣਾ ਸਿੱਖਿਆ। ਉਹ ਜੀ ਰਹੀ ਹੈ। ਉਹ ਆਪਣੇ ਡੌਗੀ ਨਾਲ ਜੀ ਲੈਂਦੀ ਹੈ। ਉਹਦੇ ਨਾਲ ਫੁੱਟਬਾਲ ਖੇਡਦੀ ਹੈ। ਉਹ ਕਿਤਾਬਾਂ ਨਾਲ, ਫਿਲਮਾਂ ਨਾਲ ਜੀ ਲੈਂਦੀ ਹੈ। ਦੂਰ ਕੀ ਜਾਣਾ। ਜਿਹੜਾ ਸਾਡਾ ਤਸੀਹਾ ਨੰਬਰ 8 ਹੈ ਨਾ, ਉਹੀ ਅਧਰੰਗ ਦਾ ਮਰੀਜ਼, ਉਹ ਜਿਉਣ ਜੋਗਾ ਹੋ ਗਿਆ। ਮੈਂ ਅਜੇ ਕੱਲ੍ਹ ਹੀ ਉੱਧਰਲੇ ਪਾਸਿਓਂ ਲੰਘਿਆ। ਉਹਦੇ ਕਮਰੇ 'ਚੋਂ ਤੜਕਾ ਲੱਗਣ ਦੀ ਖੁਸ਼ਬੂ ਆ ਰਹੀ ਸੀ। ਪੱਗ ਸੁੱਕਣੇ ਪਾਈ ਹੋਈ ਸੀ, ਗੂੜੀ ਸੁਰਮਈ। ਅੰਦਰੋਂ ਟੀਵੀ ਚੱਲਣ ਦੀ ਆਵਾਜ਼ ਆ ਰਹੀ ਸੀ। ਮੈਨੂੰ ਬੜਾ ਵਧੀਆ ਲੱਗਾ। ਆਖਿਰ ਜ਼ਿੰਦਗੀ ਕੋਲੋਂ ਵਕਤ ਖੋਹ ਲਿਆ ਉਹਨੇ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਵਕਤ ਕੋਲੋਂ ਜ਼ਿੰਦਗੀ ਖੋਹ ਲਈ। ਕਈ ਵਾਰ ਇਹ ਸਭ ਕੁਝ ਖੋਣਾ ਪੈਂਦਾ ਹੈ। ਜਿਹੜਾ ਤਸੀਹਾ ਨੰਬਰ 9 ਵਾਲੀ ਝਾਈ ਹੈ, ਜਿਹਨੂੰ ਪਰਿਵਾਰ ਕਲਜੋਗਣ ਕਹਿ ਕੇ ਛੱਡ ਗਿਆ ਹੈ, ਉਹਨੇ ਵੀ ਬਹੁਤ ਚੰਗੀ ਖਬਰ ਸੁਣਾਈ। ਉਹਦੀ ਪੋਤੀ ਦੇ ਵਿਆਹ ਉਹਨੂੰ ਨਹੀਂ ਸੱਦਿਆ ਸੀ, ਪਰ ਉਹ ਖੁਸ਼ ਹੈ। ਦੱਸ ਰਹੀ ਸੀ ਕਿ ਮੇਰੇ ਨੂੰਹ ਪੁੱਤ ਨੇ ਮੇਰੀ ਪੋਤ ਨੂੰ ਤੇ ਪੋਤਰੇ ਨੂੰ ਵਿਆਹ ਬੁਲਾ ਲਿਆ ਸੀ। ਇਹ ਸੁਣ, ਇਹ ਹੁਣ ਇੱਕ ਦੂਸਰੇ ਨੂੰ ਮਿਲ ਵਰਤ ਰਹੇ ਨੇ। ਮੇਰਾ ਕਾਲਜਾ ਪੁੱਛਿਆ ਹੀ ਜਾਣੀਏ। ਜਦੋਂ ਪੋਤੇ ਦਾ ਕੋਈ ਫੋਨ ਵੀ ਨਹੀਂ ਆਉਂਦਾ ਸੀ, ਹੁਣ ਉਹਦਾ ਮੈਨੂੰ ਵੀ ਫੋਨ ਆਇਆ। ਉਹ ਦੋਵੇਂ ਮੈਨੂੰ ਮਿਲਣ ਆ ਰਹੇ ਨੇ। ਹੁਣ ਤਾਂ ਸੁੱਖ ਨਾਲ ਉਹਦੀ ਕੁੜੀ ਵੀ ਆ। ਦਰਸ਼ਨ ਦੀ ਸੁਣ ਲੈ। ਸਾਧੂ ਦੇ ਤੁਰ ਜਾਣ ਤੋਂ ਬਾਅਦ ਉਹ ਬਹੁਤ ਉਦਾਸ ਹੋ ਗਿਆ ਸੀ। ਘਰੋਂ ਨਾ ਨਿਕਲਿਆ ਕਰੇ। ਪਰ ਫਿਰ ਪਤਾ ਨਹੀਂ ਉਹਦੇ ਮਨ 'ਚ ਕੀ ਆਈ। ਉਹਨੇ ਉਦਾਸੀ ਉਹ ਵਗਾ ਕੇ ਮਾਰੀ। ਪਿੰਡ ਦੀ ਪੰਚਾਇਤ ਦੀ ਚੋਣ ਹੈ। ਉਹਨੇ ਆਪਣੀ ਧਿਰ ਦੇ ਜੱਟ ਨੂੰ ਥਾਪੜਾ ਦੇ ਦਿੱਤਾ। ਉਹ ਹੁਣ ਚੜ੍ਹਦੀ ਕਲਾ 'ਚ ਹੈ। ਸੁਣਿਆ ਕਿ ਉਹਦੀ ਧਿਰ ਪਿੰਡ 'ਚ ਸਿਰ ਕੱਢਵੀਂ ਵੀ ਹੈ। ਹੈਗਾ ਭਾਵੇਂ ਛੋਟਾ ਕਿਸਾਨ ਹੀ ਹੈ, ਪਰ ਦਰਸ਼ਨ ਨੇ ਖੇਤ ਮਜ਼ਦੂਰ ਉਹਦੇ ਵੱਲ ਕਰ ਲਏ ਨੇ। ਉਹਨੇ ਨਹਿਰ ਦੇ ਕਿਨਾਰੇ ਵਾਲੇ ਕਈ ਪਿੰਡਾਂ 'ਚ ਕ੍ਰਾਂਤੀ ਦਾ ਛੱਟਾ ਦਿੱਤਾ ਹੈ। ਮਜ਼ਦੂਰਾਂ ਦੇ ਜਵਾਨ ਮੁੰਡੇ ਕੁੜੀਆਂ, ਵਿਦਿਆਰਥੀ ਸੰਘਰਸ਼ਾਂ, ਯੂਨੀਅਨਾਂ 'ਚ ਪੈਰ ਰੱਖਣ ਲੱਗੇ ਨੇ। ਦਰਸ਼ਨ ਕੰਨੀ ਉਮੀਦ ਧੜਕੀ ਹੈ। ਨਹਿਰ ਹੱਸੀ ਹੈ। ਸੱਪਾਂ ਨੇ ਮੇਲਣਾ ਸ਼ੁਰੂ ਕੀਤਾ ਹੈ। ਉਹ ਸਿੱਖ ਬਜ਼ੁਰਗ ਜਿਹੜਾ ਦਿੱਲੀ ਦੰਗਿਆਂ 'ਚ ਫਸ ਗਿਆ ਸੀ, ਮਾਰਿਆ ਜਾ ਸਕਦਾ ਸੀ। ਉਹਨੇ ਸਾਰੇ ਸੰਤਾਪ ਝਾੜ ਸੁੱਟੇ। ਸੱਟਾਂ ਤੋਂ ਸੰਘਰਸ਼ ਦਾ ਫਾਹਾ ਰੱਖਿਆ ਉਹਨੇ। ਅੱਜ ਕੱਲ੍ਹ ਉਹਨੇ ਇੱਕ ਫਾਊਂਡੇਸ਼ਨ ਬਣਾਈ ਹੈ। ਉਹ ਗਰੀਬ ਬੱਚਿਆਂ ਨੂੰ, ਖਾਸ ਕਰਕੇ ਦਲਿਤ ਬੱਚਿਆਂ ਨੂੰ, ਕੋਰਸਾਂ ਦੀ ਪੜ੍ਹਾਈ ਲਈ ਤਿਆਰੀ ਕਰਵਾ ਰਿਹਾ। ਫਾਊਂਡੇਸ਼ਨ ਦਾ ਕੰਮ ਦੇਖਣ ਵਾਲਾ ਹੈ। ਮਿਲਿਆ ਸੀ ਮੈਨੂੰ। ਕਹਿਣ ਲੱਗਾ, ਦੇਸਰਾਜ ਜੀ, ਸਾਡੀ ਮਦਦ ਕਰੋ। ਸਾਨੂੰ ਇੰਟੈਲੀਜੈਂਟ ਵਿਦਿਆਰਥੀ ਲੱਭ ਕੇ ਦਿਓ। ਇੱਕ ਤਾਂ ਇਹਨਾਂ ਲੋਕਾਂ ਦੇ ਮਾਪੇ ਅਨਪੜ੍ਹ ਨੇ, ਉਹਨਾਂ ਨੂੰ ਸਮਝ ਨਹੀਂ ਲੱਗਦੀ। ਉਹ ਸਾਡੇ ਕੋਲ ਇਹਨਾਂ ਨੂੰ ਹੋਸਟਲਾਂ 'ਚ ਛੱਡ ਕੇ ਖੁਸ਼ ਨਹੀਂ, ਉਦਾਸ ਹੋ ਜਾਂਦੇ ਨੇ। ਮੈਂ ਬਥੇਰੀ ਕਾਉਂਸਲਿੰਗ ਕਰਨਾ, ਪਰ ਸਮਝਦੇ ਨਹੀਂ ਇਹ ਲੋਕ। ਇੰਝ ਜ਼ਮਾਨਾ ਕਿਹੜਾ, ਕੌਣ ਕਿਸੇ ਦੀ ਬਾਂਹ ਫੜਦਾ? ਪਰ ਕਰੀਏ ਕੀ? ਤੁਸੀਂ ਕੁਝ ਲੇਖਕਾਂ ਦੀ ਡਿਊਟੀ ਲਾਓ। ਤੁਹਾਡੇ ਤੋਂ ਉਮੀਦ ਹੈ ਸਾਨੂੰ, ਤੁਸੀਂ ਕੁਝ ਕਰੋ। ਉਹ ਜਿਹੜੀ ਕੁੜੀ ਆਪਣੀ ਬੱਚੀ ਨੂੰ ਲੈ ਕੇ ਘਰ ਵਾਲੇ ਤੋਂ ਤੰਗ ਹੋ ਕੇ ਭੱਜੀ ਸੀ, ਉਹਦਾ ਵੀ ਮੈਨੂੰ ਪਤਾ ਲੱਗਾ ਕਿ ਉਹਨੂੰ ਨੌਕਰੀ ਮਿਲ ਗਈ ਸੀ। ਉਹਨੇ ਹੌਲੀ ਹੌਲੀ ਆਪਣੀ ਬੱਚੀ ਵੀ ਪਾਲ ਲਈ ਤੇ ਪੈਰਾਂ ਸਿਰ ਵੀ ਹੋ ਗਈ। ਉਹਦੀ ਛਾਤੀ ਉਤਲੇ ਬਾਈਕ ਦੀ ਚਾਬੀ ਦੇ ਦਾਗ ਤਾਂ ਅਜੇ ਨਹੀਂ ਗਏ, ਪਰ ਉਹ ਖੁਸ਼ ਹੈ।
ਪਤਾ ਨਹੀਂ ਉੱਥੇ ਕਿੰਨੇ ਕੁ ਤਸੀਹੇ ਸਹਿਣੇ ਬਾਕੀ ਸਨ। ਉਹਦੀ ਮਦਦ ਮੇਰੀ ਦੋਸਤ ਕਮਲ ਨੇ ਕੀਤੀ ਹੈ। ਉਹ ਇਹੋ ਜਿਹੇ ਮਾਮਲਿਆਂ 'ਚ ਕੁੜੀਆਂ ਦੀ ਬਾਂਹ ਫੜਦੀ ਹੈ। ਹੈਗੇ ਨੇ ਲੋਕ ਯਾਰ, ਹੈਗੇ ਆ ਐਸੇ ਲੋਕ, ਉਹ ਦੂਸਰਿਆਂ ਦੀ ਬਾਂਹ ਫੜਦੇ ਨੇ, ਸਹਾਰਾ ਬਣਦੇ ਨੇ। ਕਦੇ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਉਹ ਲੋਕ ਵੀ ਹੈਗੇ ਨੇ ਜਿਹੜੇ ਦੂਸਰਿਆਂ 'ਚ ਹੀ ਜੀ ਲੈਂਦੇ ਨੇ। ਸਾਡੇ ਇੱਧਰ ਕਾਮਰੇਡ ਹੁੰਦੇ ਸੀ ਸਤਪਾਲ ਡਾਂਗ ਹੋਰੀ। ਉਹਨਾਂ ਨੇ ਮੀਆਂ ਬੀਵੀ ਨੇ ਸੋਚ ਕੇ ਬੱਚਾ ਪੈਦਾ ਨਹੀਂ ਕੀਤਾ ਕਿ ਜਿਹੜੇ ਪਾਰਟੀ ਵਰਕਰ ਨੇ ਉਹ ਸਾਡੇ ਬੱਚੇ ਹੀ ਨੇ, ਇਹਨਾਂ ਦਾ ਪਾਲਣ ਪੋਸ਼ਣ ਕਰ ਲਾਂਗੇ, ਕਰਦੇ ਰਹੇ ਨੇ। ਦਰਅਸਲ ਮੈਂ ਜ਼ਖਮ ਤੇ ਆ ਗਏ ਅੰਗੂਰ ਦੀ ਗੱਲ ਕਰਨਾ ਚਾਹੁੰਦਾ। ਜ਼ਖਮ ਅਜੇ ਸੁੱਕਿਆ ਨਹੀਂ। ਦਰਸ਼ਨ ਦਾ ਜ਼ਖਮ ਵੀ, ਬਜ਼ੁਰਗ ਸਿੱਖ ਦਾ ਜ਼ਖਮ ਵੀ, ਤਸੀਹਾ ਨੰਬਰ 7 ਦਾ ਜ਼ਖਮ ਵੀ, ਛਾਤੀਆਂ ਤੇ ਬਾਈਕ ਦੀ ਚਾਬੀ ਦੇ ਨਿਸ਼ਾਨ ਲਈ ਘੁੰਮ ਰਹੀ ਕੁੜੀ ਦਾ ਜ਼ਖਮ ਵੀ, ਸਾਧੂ ਦੇ ਜ਼ਖਮ ਵੀ। ਪਰ ਇਹ ਵੀ ਤਾਂ ਦੇਖ, ਇਹਨਾਂ 'ਚੋਂ ਕੋਈ ਗੁਲਾਬ ਲਾ ਰਿਹਾ, ਕੋਈ ਦਲਿਤਾਂ ਦੇ ਬੱਚਿਆਂ 'ਚੋਂ ਸੂਰਜ ਦੀ ਰੌਸ਼ਨੀ ਦੇਖ ਰਿਹਾ, ਕੋਈ ਧੀ ਨੂੰ ਸਕੂਲੇ ਭੇਜ ਹੁੱਬ ਰਿਹਾ, ਕੋਈ ਨਹਿਰ ਨੇੜਲੇ ਜ਼ਰਖੇਜ਼ ਪਿੰਡਾਂ 'ਚ ਕ੍ਰਾਂਤੀ ਬੀਜ ਰਿਹਾ। ਮੈਂ ਇਹਨਾਂ ਦੀ ਹੁੱਬ ਬਾਰੇ ਲਿਖਣਾ ਚਾਹੁੰਦਾ। ਮੇਰਾ ਮਨ ਹੈ ਕਿ ਮੈਂ ਅਗਲਾ ਨਾਵਲ ਹੁੱਬ ਲਿਖਾਂ। ਮੈਂ ਤੱਸੀਆਂ ਤੇ ਅੰਗੂਰ ਆਉਂਦਾ ਦੇਖਣਾ ਚਾਹੁੰਦਾ, ਭਾਵੇਂ ਕਦੇ ਬੁੱਢੇ ਨਹੀਂ ਹੁੰਦੇ। ਲਾਸਟ ਮੇਰੀ ਫੇਸਬੁੱਕ ਵਾਲ ਤੋਂ। ਨਿੱਕੇ ਨਿੱਕੇ ਫਿਲਾਸਫਰ, ਮੇਰੇ ਆਲੇ ਦੁਆਲੇ ਨਿੱਕੇ ਨਿੱਕੇ ਕਿੰਨੇ ਹੀ ਫਿਲਾਸਫਰ ਰਹਿੰਦੇ ਨੇ। ਮੇਰੀ ਹਰ ਗੱਲ ਦਾ ਧਿਆਨ ਰੱਖਦੇ, ਉਸ ਉੱਪਰ ਕਮੈਂਟ ਕਰਦੇ, ਮੈਨੂੰ ਰਾਹ ਦਿਖਾਉਂਦੇ। ਮੈਂ ਚੁੱਪਚਾਪ ਉਹਨਾਂ ਨੂੰ ਸੁਣਦਾ ਤੇ ਉਹਨਾਂ ਦੇ ਕਹੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ। ਪਿਛਲੇ ਦਿਨਾਂ 'ਚ ਬੱਚਿਆਂ ਦੀ ਫੀਸ ਫੂਸ ਤੇ ਹੋਰ ਕਈ ਫੰਕਸ਼ਨਾਂ ਕਰਕੇ ਖਰਚੇ ਜ਼ਿਆਦਾ ਹੋ ਗਏ। ਮੈਂ ਕੁਝ ਫਿਕਰਮੰਦ ਜਿਹਾ ਹੋ ਗਿਆ। ਮੇਰੀ ਮਧਾਣੀ ਅੰਜੂ ਦੀ ਇਸ ਫਿਲਾਸਫੀ, ਕਾਲੀ ਤੂੰ ਮਾਇਆ ਨੂੰ ਲੈ ਕੇ ਆਜ਼ਾਦ ਫਿਕਰ ਨਾ ਕਰਿਆ ਕਰ, ਕਾਲੀ ਤੂੰ ਮਾਇਆ ਨੂੰ ਲੈ ਕੇ ਜ਼ਿਆਦਾ ਫਿਕਰ ਨਾ ਕਰਿਆ ਕਰ। ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਨਾ ਤਾਂ ਇਹਦੇ ਕੋਲੋਂ ਡਰੋ ਤੇ ਨਾ ਹੀ ਇਹਨੂੰ ਚਿੰਬੜੇ ਰਹੋ। ਤੂੰ ਚਿੰਬੜਦਾ ਤਾਂ ਨਹੀਂ, ਪਰ ਇਹਦੇ ਕੋਲੋਂ ਡਰਦਾ ਰਹਿਣਾ। ਜਿਹੜਾ ਇਹਨੂੰ ਸਹਿਜਤਾ ਨਾਲ ਲੈਂਦਾ ਉਹਦੇ ਅੱਗੇ ਪਿੱਛੇ ਘੁੰਮਦੀ ਹੈ ਫਿਰ ਇਹ। ਮੈਂ ਸੋਚਦਾ ਕਿ ਇਹ ਮੈਨੂੰ ਕਿੰਨੀ ਗਹਿਰਾਈ ਤੱਕ ਜਾਣਦੀ ਹੈ। ਇੰਨਾ ਤਾਂ ਮੈਂ ਵੀ ਆਪਣੇ ਆਪ ਨੂੰ ਨਹੀਂ ਜਾਣਦਾ। ਧੰਨਵਾਦ। ਸਮਾਪਤ।